नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम ओपन हाउस विद टीम अरोड़ा मैं हाँ तरनजीत कौर घुमन हाजिर हाँ जी लैके रियल स्टेट ਦੀਆਂ ਤਾਜ਼ਾ ਖਬਰਾਂ ਤੇ ਇਸ ਸੰਬੰਧੀ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਵੀ ਸਾਂਝੀ ਕਰਾਂਗੇ। ਰੀਅਲ ਸਟੇਟ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੈ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਆਪਣੇ ਕੋਈ ਵਿਚਾਰ ਰੱਖਣਾ ਚਾਹੁੰਦੇ ਹੋ, ਮਾਰਗੇਜ ਰੀਨਿਊਅਲ ਆ ਰਹੀ ਆ ਜਾਂ ਫਿਰ ਕਿਸੇ ਪ੍ਰਾਪਰਟੀ 'ਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਕੁਝ ਵੀ ਪੁੱਛਣਾ ਚਾਹੁੰਦੇ ਹੋ, ਮਾਰਕੀਟ ਦੀ ਸਿਚੁਏਸ਼ਨ ਬਾਰੇ ਜਾਣਨਾ ਚਾਹੁੰਦੇ ਹੋ, ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੁਹਾਡੀ ਕਾਲਸ ਦਾ ਵੀ ਰਿਪਲਾਈ ਕਰਾਂਗੇ ਤੇ ਨਾਲ ਦੀ ਨਾਲ ਕੁਝ ਮੁੱਦਿਆਂ ਉੱਤੇ ਗੱਲਬਾਤ ਵੀ ਕਰਾਂਗੇ। ਕੈਨੇਡਾ ਦੀ ਰੀਅਲ ਸਟੇਟ ਦੀ ਗੱਲ ਕੀਤੀ ਜਾਵੇ, ਖਾਸ ਤੌਰ ਤੇ ਜੇ ਅਸੀਂ ਟੋਰਾਂਟੋ ਦੀ ਗੱਲ ਕਰੀਏ, ਇਸ ਵਕਤ ਕਿਸ ਤਰੀਕੇ ਦੀ ਮਾਰਕੀਟ ਹੈਗੀ ਹੈ। ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ, ਵੈਨਕੂਵਰ ਹੋਵੇ ਚਾਹੇ ਹੋਵੇ ਟੋਰਾਂਟੋ, ਤੇ ਇਸ ਵਕਤ ਲੋਕਾਂ ਦੀ ਨੱਕ ਵਿੱਚ ਦਮ ਆਇਆ ਹੋਇਆ। ਰੇਟ ਆਫ ਇੰਟਰਸਟ ਦੀ ਗੱਲ ਕਰਾਂਗੇ, ਜਿਸ ਤਰੀਕੇ ਨਾਲ ਮਹਿੰਗਾਈ ਵਿੱਚ ਵਾਧਾ ਹੋ ਗਿਆ ਇੱਕ ਵਾਰ ਫਿਰ ਤੋਂ, ਰੇਟ ਆਫ ਇੰਟਰਸਟ ਵਧਣ ਦੇ ਕੀ ਚਾਂਸਸ ਨੇ। ਨਾਲ ਹੀ ਗੱਲਬਾਤ ਕਰਾਂਗੇ ਜੇਕਰ ਤੁਸੀਂ ਇਨਵੈਸਟਮੈਂਟ ਦੇ ਬਾਰੇ ਵਿੱਚ ਸੋਚ ਰਹੇ ਹੋ ਤਾਂ ਫਿਰ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੋਵੇ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਹੋਵੇ, ਇਹਦੇ ਵਿੱਚ ਧਿਆਨ ਦੇਣ ਯੋਗ ਗੱਲਾਂ ਕਿਹੜੀਆਂ ਹੈਗੀਆਂ ਨੇ, ਥੋੜੀ ਜੀ ਤੁਹਾਨੂੰ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਏਗੀ। ਤੁਹਾਡਾ ਕੋਈ ਵੀ ਸਵਾਲ ਆ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦੇ ਉੱਤੇ ਗੱਲਬਾਤ ਕਰਨੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਟੀਮ ਅਰੋੜਾ ਤੋਂ ਪ੍ਰਵੀਨ ਅਰੋੜਾ ਜੀ ਤੇ ਨਾਲ ਸੈਮ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਸਰ। ਤਰਨ ਜੀ, ਮੇਰੇ ਵੱਲੋਂ ਹਮਦਰਦ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੇਰੇ ਵੱਲੋਂ ਵੀ ਹਮਦਰਦ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਸਰ? ਬਹੁਤ ਵਧੀਆ ਜੀ। ਰੀਅਲ ਸਟੇਟ ਮਾਰਕੀਟ ਸਾਨੂੰ ਇਹ ਹਾਲ ਦਾ ਲੋਕਾਂ ਨੂੰ ਪੁੱਛੋ। ਅਸੀਂ ਤਾਂ ਕਹਿ ਰਹੇ ਹਾਂ ਕਾਲ ਕਰੋ ਤੇ ਸਰਕਾਰ ਬਾਰੇ ਕੁਝ ਕਹਿਣਾ ਚਾਹੁੰਦੇ ਹੋ, ਨੀਤੀਆਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ, ਜਾਂ ਰੀਅਲ ਸਟੇਟ ਮਾਰਕੀਟ ਦੇ ਬਾਰੇ ਵਿੱਚ ਕੁਝ ਵੀ ਕਹਿਣਾ ਚਾਹੁੰਦੇ ਹੋ, ਆਪਣੇ ਵਿਚਾਰ ਜਿਹੜੇ ਆ ਤੁਸੀਂ ਰੱਖ ਸਕਦੇ ਹੋ। ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਇਸ ਵਕਤ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਤੁਹਾਡੇ ਇੱਥੇ ਰੀਅਲ ਸਟੇਟ ਦੀ ਕੀ ਸਿਚੁਏਸ਼ਨ ਹੈਗੀ ਆ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਆਪਾਂ ਗੱਲਬਾਤ ਕਰ ਰਹੇ ਸੀ, ਜਦੋਂ ਤੁਸੀਂ ਹਾਲ ਚਾਲ ਦੀ ਗੱਲ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਸਰਕਾਰ ਨੇ ਹਾਲ ਤਾਂ ਮਾੜੀ ਕੀਤੇ ਹੋਏ ਨੇ ਬਹੁਤਿਆਂ ਦੇ। ਥੋੜਾ ਜਿਹਾ ਦੇਖੋ ਜੀ, ਮੌਰਗੇਜ ਰੇਟ ਆ ਜਿਹੜਾ ਤਰਨ ਜੀ, ਇਹ ਇੰਪੈਕਟ ਤਾਂ ਬਹੁਤ, ਜਿਵੇਂ ਕਹਿ ਲਓ ਕਿ ਹੁਣ ਕਾਫੀ ਜ਼ਿਆਦਾ ਇੰਪੈਕਟ ਇਹਦਾ ਮਾਰਕੀਟ ਦੇ ਉੱਤੇ ਨਜ਼ਰ ਆ ਰਿਹਾ। ਇੰਪੈਕਟ ਇਨ ਦਾ ਸੈਂਸ ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਲੋਕਾਂ ਨੂੰ ਹੁਣ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਪੇਮੈਂਟਸ ਦੇ ਵਿੱਚ ਜੀ। ਮਤਲਬ ਲੋਕੀ ਚਲੋ ਖਿੱਚ ਧੂਗੇ ਕਰੀ ਜਾ ਰਹੇ ਨੇ, ਪਰ ਉਹ ਇਹ ਹੈ ਵੀ ਕਾਫੀ, ਜਿਵੇਂ ਕਹ ਲਓ ਅਸੀਂ ਆਪ ਮਹਿਸੂਸ ਕਰਦੇ ਹਾਂ, ਕਿਉਂਕਿ ਜਿੱਦਾਂ ਕਲਾਇੰਟਸ ਨਾਲ ਲੋਕਾਂ ਨਾਲ ਗੱਲ ਹੁੰਦੀ ਆ, ਕਾਫੀ ਲੋਕਾਂ ਨੂੰ ਇਹ ਚੀਜ਼ ਤਕਲੀਫ ਦੇ ਰਹੀ ਆ ਹੁਣ ਇਸ ਟਾਈਮ, ਜਿਹੜੀਆਂ ਹਾਇਰ ਪੇਮੈਂਟਸ ਨੇ। ਮਾਰਗੇਜ ਨੂੰ ਲੈ ਕੇ ਨਾ ਜਿਨ੍ਹਾਂ ਨਾਲ ਵੀ ਗੱਲਬਾਤ ਹੋ ਰਹੀ ਹੈ, ਇਹੀ ਪੁੱਛ ਰਿਹਾ ਕਿ ਵੀ ਕੀ ਕੀਤਾ ਜਾਵੇ ਮਾਰਗੇਜ ਨੂੰ ਲੈ ਕੇ, ਕਿ ਆਪਣੀ ਬੈਂਕ ਨਾਲ ਗੱਲਬਾਤ ਕੀਤੀ ਜਾਵੇ, ਕੋਈ ਨੈਗੋਸ਼ੀਏਟ ਕੀਤਾ ਜਾਵੇ, ਕੋਈ ਪ੍ਰਾਈਵੇਟ ਵੱਲ ਜਾਈਏ, ਜਾਂ ਕੀ ਆਪਸ਼ਨਸ ਲੈ ਕੇ ਚੱਲਣਾ ਹੋ ਇਸ ਵੇਲੇ। ਸਰਨ ਜੀ ਦੇਖੋ, ਇਹਦੇ 'ਚ ਕੁਝ ਵੀ ਨਹੀਂ ਕਰ ਸਕਦੇਗੇ ਲੋਕ। ਜਿਹੜੀ ਪ੍ਰਾਈਵੇਟ ਫਾਈਨਾਂਸਿੰਗ ਆ ਉਹ ਤਾਂ ਇਸ ਤੋਂ ਵੀ ਮਹਿੰਗੀ ਆ, ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਬੰਦੇ ਪ੍ਰਾਈਵੇਟ ਫਾਈਨਾਂਸਿੰਗ ਕਰਦੇ ਆ ਉਹ ਵੀ ਮੈਜੋਰਟੀ 'ਚ ਨੇ, ਜਿਹੜੀਆਂ ਪ੍ਰਾਈਵੇਟ ਫਾਈਨਾਂਸਿੰਗ ਕੰਪਨੀਆਂ ਨੇ, ਜਿਨ੍ਹਾਂ ਦੀਆਂ ਮਿਕਸ ਵਗੈਰਾ ਨੇ, ਮਾਰਗੇਜ ਇਨਵੈਸਟਮੈਂਟ ਕਾਰਪੋਰੇਸ਼ਨਸ ਨੇ, ਉਹ ਲੋਕਾਂ ਦਾ ਕੀ ਆ ਕਿ ਉਹ ਵੀ ਬੈਂਕਸ ਤੋਂ ਮਨੀ ਬਾਰੋ ਕਰਦੇ ਆ। ਉਹ ਬੈਂਕਸ ਤੋਂ ਮਨੀ ਬਾਰੋ ਕਰਕੇ ਉਹ ਉਹਦੇ 'ਚ ਐਕਸਟਰਾ ਕੁਛ ਇੰਟਰਸਟ ਦੇ ਨਾਲ ਲੋਕਾਂ ਨੂੰ ਉਹ ਮਨੀ ਲੈਂਡ ਕਰਦੇ ਆ। ਉਹ ਮਤਲਬ ਰਿਸਕ ਲੈਂਦੇ ਨੇ ਔਰ ਉਹਦੇ ਕਰਕੇ ਹੀ ਉਹ ਆਪਣਾ ਜਿਹੜਾ ਇੰਟਰਸਟ ਆ ਉਹ ਅਰਨ ਕਰਦੇ ਆ। ਸੋ ਜਦੋਂ ਬੈਂਕਸ ਦਾ ਰੇਟ ਹੀ ਜ਼ਿਆਦਾ ਵਾ ਤਾਂ ਇਸ ਕਰਕੇ ਪ੍ਰਾਈਵੇਟ ਇਨਵੈਸਟਰ ਦਾ ਰੇਟ ਤਾਂ ਘੱਟ ਹੋਣਾ ਹੀ ਨਹੀਂਗਾ, ਉਹ ਓਬਵੀਅਸਲੀ ਉਸ ਤੋਂ ਜ਼ਿਆਦਾ ਹੀ ਹੋਏਗਾ, ਕਿਉਂਕਿ ਇੱਕ ਸਰਟਨ ਅਮਾਊਂਟ ਆ ਜਿਹੜੀ ਸਰਟਨ ਰੇਟ ਤੇ ਉਹ ਬੈਂਕ ਤੋਂ ਅਮਾਊਂਟ ਬਾਰੋ ਕਰਦੇ ਆ, ਉਸ ਅਮਾਊਂਟ ਨੂੰ ਅੱਗੇ ਉਹ ਲੈਂਡ ਕਰਦੇ ਆ। ਸੋ ਉਹਨਾਂ ਨੇ ਜਿਹੜਾ ਆਪਣਾ ਉਹਨਾਂ ਦਾ ਖਰਚਾ ਉਹਨੂੰ ਐਡ ਕਰਕੇ ਔਰ ਕੁਛ ਨਾ ਕੁਛ ਪ੍ਰੋਫਿਟ ਵੀ ਉਹਨਾਂ ਨੇ ਐਡ ਕਰਨਾ, ਉਹ ਪ੍ਰੋਫਿਟ ਐਡ ਕਰਕੇ ਉਹ ਉਹਦੇ 'ਚ ਨੇ। ਕਿਉਂਕਿ ਜਿਹੜੀਆਂ ਛੋਟੀਆਂ-ਮੋਟੀਆਂ ਮੌਰਗੇਜਸ ਨੇ ਉਹ ਤਾਂ ਆਪਾਂ ਮੰਨ ਲੈਂਦੇ ਹਾਂ ਵੀ ਕੋਈ, ਜਿਸ ਤਰ੍ਹਾਂ ਆਪਾਂ ਕਹਿ ਲਓ ਕਿ 2-4 ਲੱਖ 5 ਲੱਖ ਦੀਆਂ ਕੋਈ ਛੋਟੇ ਜਿਹੜੇ ਇਨਵੈਸਟਰਸ ਨੇ ਉਹ ਕਰਦੇ ਨੇ, ਪਰ ਜਿਹੜੀਆਂ ਵੱਡੀਆਂ ਮੌਰਗੇਜਸ ਹੁੰਦੀਆਂ ਨੇ, ਜਿਹੜੀਆਂ ਕੰਪਨੀਜ਼ ਹੁੰਦੀਆਂ ਨੇ, ਜਿਵੇਂ ਕਹ ਲਓ ਪ੍ਰਾਈਵੇਟ ਲੈਂਡਿੰਗ ਕਰਦੀਆਂ ਨੇ, ਮੌਰਗੇਜ ਇਨਵੈਸਟਮੈਂਟ ਕਾਰਪੋਰੇਸ਼ਨਸ ਨੇ, ਉਹਨਾਂ ਦਾ ਵੀ ਜਿਹੜਾ ਬੇਸ ਆ ਉਹ ਬੈਂਕਸ ਹੀ ਨੇ, ਉਹ ਬੈਂਕਸ ਤੋਂ ਹੀ ਮਨੀ ਬੋਰੋ ਕਰਦੇ ਨੇ। ਸੋ ਇਸ ਕਰਕੇ ਲੋਕਾਂ ਕੋਲ ਜੇ ਉਹ ਬੈਂਕ ਤੋਂ ਮੌਰਗੇਜ ਲੈ ਪਾਉਂਦੇ ਆ ਤਾਂ ਸ਼ਾਇਦ ਉਹੀ ਉਹਨਾਂ ਕੋਲ ਸਭ ਤੋਂ ਚੀਪੈਸਟ ਆਪਸ਼ਨ ਹੋਏਗੀ, ਪਰ ਅੱਜ ਦੀ ਡੇਟ ਦੇ ਵਿੱਚ ਉਹ ਜਿਹੜੀ ਆਪਸ਼ਨ ਆ ਉਹ ਵੀ ਚੀਪਰ ਨਹੀਂ ਹੈ। ਮਤਲਬ ਜਿਵੇਂ ਕਹਿ ਲਈਏ ਆਪਾਂ ਕਿ ਜਿਹੜਾ ਇੰਟਰਸਟ ਰੇਟ ਆ ਨਾ, ਇੱਕ ਜਿਹੜਾ ਇੱਥੇ ਬੜਾ ਪ੍ਰੋਬਲਮ ਵਾਲੀ ਜਿਹੜੀ ਚੀਜ਼ ਆ, ਪ੍ਰੋਬਲਮ ਇੰਟਰਸਟ ਰੇਟ ਨਹੀਂ ਹੈ ਤਰਨ ਜੀ। ਪ੍ਰੋਬਲਮ ਇੰਟਰਸਟ ਰੇਟ ਤੋਂ ਬਿਨਾਂ ਦੂਜੀਆਂ ਚੀਜ਼ਾਂ ਨੇ। ਇੰਟਰਸਟ ਰੇਟ ਦਾ ਜ਼ਿਆਦਾ ਹੋਣਾ, ਲੋਕੀ ਪਹਿਲਾਂ ਵੀ ਇੰਟਰਸਟ ਰੇਟ ਜ਼ਿਆਦਾ ਪੇ ਕਰਦੇ ਸੀਗੇ, ਉਹਦਾ ਕੋਈ ਵੱਡੀ ਗੱਲ ਨਹੀਂ ਹੈ। ਪ੍ਰੋਬਲਮ ਕਿੱਥੇ ਆਈ ਆ ਕਿ ਲੋਕਾਂ ਨੇ ਜਿਹੜਾ ਆਪਣਾ ਬਜਟਿੰਗ ਆ, ਚੀਜ਼ਾਂ ਬਾਏ ਕੀਤੀਆਂ ਹੋਈਆਂ ਨੇ, ਰੀਅਲ ਸਟੇਟ ਬਾਏ ਕੀਤੀ ਆ, ਰੀਅਲ ਸਟੇਟ ਦੇ ਜਿਹੜੇ ਪ੍ਰਾਈਸਿਸ ਨੇ ਉਹ ਜਿਹੜੇ ਕਿ ਪਹਿਲਾਂ ਘੱਟ ਇੰਟਰਸਟ ਰੇਟ ਸੀ ਉਹਦੇ ਬੇਸ ਤੇ ਹੋਏ ਨੇ। ਹੁਣ ਇੱਕ ਆਦਮੀ ਨੇ ਆਪਣੀ ਜਿਹੜੀ ਪ੍ਰਾਪਰਟੀ ਆ, ਉਦੋਂ ਉਹਨੇ 1.5 ਮਿਲੀਅਨ ਦਾ ਘਰ ਲੈ ਲਿਆ,
ਉਹ ਜਿਹੜਾ ਉਹਨੇ 1.5 ਮਿਲੀਅਨ ਦਾ ਘਰ ਲਿਆ, ਉਹਨੇ ਇਹ ਸਮਝ ਕੇ ਲਿਆ ਸੀ ਕਿ ਵੀ ਉਹਦਾ ਜਿਹੜਾ ਮੌਰਗੇਜ ਦਾ ਰੇਟ ਆ 2-2.5% ਆ। ਉਹਨੇ ਉਹਦੀ ਜਿਹੜੀ ਪੇਮੈਂਟ ਦੀ ਕੈਲਕੂਲੇਸ਼ਨ ਆ ਉਹਦੇ ਬੇਸ ਤੇ ਕੀਤੀ। ਮਤਲਬ ਇੰਟਰਸਟ ਰੇਟ ਨੋ ਡਾਊਟ, ਮੈਂ ਅੱਗੇ ਵੀ ਕਈ ਵਾਰ ਇਹ ਗੱਲ ਕੀਤੀ ਹੈ ਕਿ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਇੱਕ ਰਾਈਟ ਸਟੈਪ ਆ ਇੰਟਰਸਟ ਰੇਟ ਨੂੰ ਵਧਾਉਣਾ, ਕੋਈ ਉਹਦੇ 'ਚ ਗਲਤ ਗੱਲ ਨਹੀਂ ਹੈ। ਬਟ ਪ੍ਰੋਬਲਮ ਕਿੱਥੇ ਆ ਰਹੀ ਹੈ ਕਿ ਜਿੰਨੀ ਤੇਜ਼ੀ ਨਾਲ ਆਪਾਂ ਇੰਟਰਸਟ ਰੇਟ ਵਧਾਇਆ, ਲੋਕੀ ਉਹਨੂੰ ਮਤਲਬ ਉਹਨੂੰ ਹੈਂਡਲ ਨਹੀਂ ਕਰ ਪਾ ਰਹੇ। ਕਿਸੇ ਟਾਈਮ ਸਰਕਾਰ ਦਾ ਇਹ ਬਿਆਨ ਸੀਗਾ ਕਿ ਵੀ ਜਿੰਨੀ ਲੋ ਇਸ ਵਕਤ ਹੈਗੀ ਆ ਲੋਐਸਟ ਹੀ ਚੱਲੇਗੀ, ਇੰਟਰਸਟ ਰੇਟ ਅੱਗੇ ਵਧਣ ਦੇ ਕੋਈ ਚਾਂਸਸ ਨਹੀਂ ਹੈਗੇ। ਪਰ ਇਸ ਵਕਤ ਜਿੰਨੇ ਵਧਾ ਦਿੱਤੇ ਗਏ ਨੇ, ਅੱਜ ਜੁਲਾਈ ਮਹੀਨੇ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਰੇਟ ਆਫ ਇਨਫਲੇਸ਼ਨ ਹੈਗੀ ਆ 3.3% ਤੇ ਪਹੁੰਚ ਚੁੱਕੀ ਆ। ਸੋ ਕੀ ਚਾਂਸਸ ਨੇ ਹੁਣ ਕਿ ਦੁਬਾਰਾ ਰੇਟ ਆਫ ਇੰਟਰਸਟ ਹੁਣ ਵਧਾਈ ਜਾਏਗੀ? ਵੱਧ ਸਕਦਾ। ਔਰ ਜੇ ਇਹ ਇੰਟਰਸਟ ਰੇਟ ਹੋਰ ਵੱਧਦਾ, ਇਹਦੇ 'ਚ ਹੁਣ ਇਸ ਟਾਈਮ ਪ੍ਰੋਬਲਮ ਕੱਲਾ ਇੰਟਰਸਟ ਰੇਟ ਨਹੀਂ, ਇੱਕ ਚੀਜ਼ ਨਹੀਂ ਪ੍ਰੋਬਲਮ ਆ ਰਹੀ ਮਾਰਕੀਟ ਦੇ ਵਿੱਚ। ਮਤਲਬ ਇੰਟਰਸਟ ਰੇਟ ਵਧਣ ਕਰਕੇ ਇੱਕ ਤਾਂ ਇਹ ਚੀਜ਼ ਹੋਗੀ ਕਿ ਹੁਣ ਜਿਹੜੇ ਲੋਕਾਂ ਦੀ ਬਜਟਿੰਗ ਸੀ, ਉਹ ਬਜਟਿੰਗ ਉਹਨਾਂ ਨੇ ਕੀਤੀ ਹੋਈ ਸੀਗੀ ਮਤਲਬ 2-2.5% 3% ਰੇਟ ਦੇ ਹਿਸਾਬ ਨਾਲ। ਉਹਨਾਂ ਦੀਆਂ ਜਿਹੜੀਆਂ ਮੌਰਗੇਜ ਦੀਆਂ ਪੇਮੈਂਟ ਸੀਗੀਆਂ ਉਸ ਬੇਸ ਤੇ ਡਿਸਾਈਡ ਹੋਈਆਂ ਸੀ। ਉਹਨਾਂ ਨੇ ਇਕੱਲਾ ਇਹ ਨਹੀਂ ਕਿ ਇਕੱਲਾ ਘਰ, ਲੋਕਾਂ ਨੇ ਕੀ ਕੀਤਾ ਹੋਇਆ ਸੀਗਾ ਕਿ ਉਹਨਾਂ ਨੂੰ ਇਹ ਪਤਾ ਸੀ ਕਿ ਸਾਡੀ ਮੌਰਗੇਜ ਦੀ ਪੇਮੈਂਟ ਮਹੀਨੇ ਦੀ $3,500 ਆ। ਉਹਨਾਂ ਨੇ $3,500 ਦੇ ਹਿਸਾਬ ਨਾਲ ਆਪਣੀ ਬਜਟਿੰਗ ਕਰ ਲਈ ਆ, ਗੱਡੀ ਲੈ ਲਈ ਜਾਂ ਕੋਈ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਉਹਨਾਂ ਨੇ ਲੈ ਲਈਆਂ। ਜੇ ਉਹ ਪਹਿਲਾਂ ਹੀ ਇੰਟਰਸਟ ਰੇਟ ਇੰਨਾ ਘੱਟ ਨਾ ਹੁੰਦਾ ਤੇ ਇੱਕਦਮ ਇੰਨੀ ਤੇਜ਼ੀ ਨਾਲ ਨਾ ਵਧਦਾ, ਤਾਂ ਸ਼ਾਇਦ ਲੋਕੀ ਜਿਹੜੀਆਂ ਆਪਣੀਆਂ ਦੂਜੀਆਂ ਚੀਜ਼ਾਂ ਨੇ ਉਹਨਾਂ ਨੂੰ ਇੰਨਾ ਨਾ ਐਡ ਕਰਦੇ। ਹੁਣ ਤੁਸੀਂ ਦੇਖੋ, ਤੁਹਾਡੀ ਇਨਕਮ ਮਹੀਨੇ ਦੀ 5,000 ਆ, ਤੁਹਾਨੂੰ ਪਤਾ ਕਿ ਤੁਸੀਂ ਘਰ ਵਾਸਤੇ ਮਹੀਨੇ ਦਾ 2,500 ਤੋਂ ਵੱਧ ਨਹੀਂ ਕੱਢ ਸਕਦੇ। ਚਾਹੇ ਜੋ ਮਰਜ਼ੀ ਹੋ, ਦੇਖੋ ਹਰ ਆਦਮੀ ਨੂੰ ਵੱਡਾ ਘਰ ਚੰਗਾ ਲੱਗਦਾ, ਹਰ ਆਦਮੀ ਨੂੰ ਵਧੀਆ ਗੱਡੀ ਚੰਗੀ ਲੱਗਦੀ ਆ, ਹਰ ਆਦਮੀ ਨੂੰ ਹਰ ਚੀਜ਼ ਵਧੀਆ ਚੰਗੀ ਲੱਗਦੀ ਆ। ਪਰ ਘੱਟੋ ਘੱਟ ਜਦੋਂ ਤੁਹਾਡੇ ਕੋਲ ਇੱਕ ਬਜਟ ਹੀ $2,500 ਦਾ ਵਾ ਪਰ ਮੰਥ ਦਾ, ਤਾਂ ਤੁਸੀਂ ਉਹਦੇ ਮੁਤਾਬਕ ਕੰਪਰੋਮਾਈਜ਼ ਕਰੋਗੇ, ਉਹਦੇ ਮੁਤਾਬਕ ਚੀਜ਼ਾਂ ਖਰੀਦੋਗੇ। ਹੁਣ ਅੱਜ ਵੀ ਅਸੀਂ ਕੀ ਹੁੰਦਾ ਵਾ, ਜਦੋਂ ਵੀ ਕੋਈ ਬੰਦਾ ਸਾਡੇ ਨਾਲ ਘਰ ਬਾਏ ਕਰਨ ਵਾਸਤੇ ਗੱਲ ਕਰਦਾ, ਸਭ ਤੋਂ ਪਹਿਲਾ ਕੁਐਸਚਨ ਕੀ ਹੁੰਦਾ ਕਿ ਤੁਹਾਡਾ ਬਜਟ ਕਿੰਨਾ, ਕਿ ਤੁਸੀਂ ਕਿਸ ਪ੍ਰਾਈਸ ਰੇਂਜ ਤੱਕ ਜਾਣਾ ਚਾਹੁੰਦੇ ਹੋ, ਤੁਸੀਂ ਮੰਥਲੀ ਕਿੰਨੀ ਪੇਮੈਂਟ ਕਰ ਸਕਦੇ ਹੋ। ਉਹ ਇਹ ਗੱਲ ਕਹਿੰਦੇ ਨੇ ਜੀ ਕਿ ਅਸੀਂ ਆਪਣੀ ਜਿਹੜੀ ਮੰਥਲੀ ਪੇਮੈਂਟ ਆ ਘਰ ਦੀ, ਅਸੀਂ $4,000 ਕਰ ਸਕਦੇ ਹਾਂ। ਅਸੀਂ ਇਹ ਕਹਿੰਦੇ ਕਿ ਜੇ ਤੁਸੀਂ $4,000 ਮੰਥਲੀ ਪੇਮੈਂਟ ਕਰ ਸਕਦੇ ਹੋ, ਤਾਂ ਇਹ ਜਿਹੜਾ ਤੁਸੀਂ ਮੌਰਗੇਜ ਆ ਉਹ ਇੰਨੀ ਅਮਾਉਂਟ ਦੀ ਮੌਰਗੇਜ ਲੈ ਸਕਦੇ ਹੋ। ਔਰ ਉਹਦੇ ਮੁਤਾਬਕ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਮਾਰਕੀਟ ਦੇ ਵਿੱਚ ਇਸ ਪ੍ਰਾਈਸ ਰੇਂਜ ਕੀ ਅਵੇਲੇਬਲ ਆ। ਠੀਕ ਆ, ਜੇ ਹੁਣ ਕਿਸੇ ਬੰਦੇ ਦਾ $1 ਮਿਲੀਅਨ ਦਾ ਬਜਟ ਆ, ਤਾਂ ਅਸੀਂ ਉਹਨੂੰ ਇਹ ਦੱਸਦੇ ਹਾਂ ਕਿ $1 ਮਿਲੀਅਨ ਦੇ ਵਿੱਚ ਮਾਰਕੀਟ ਦੇ ਵਿੱਚ ਕੀ ਚੀਜ਼ ਅਵੇਲੇਬਲ ਆ। ਹੁਣ ਪ੍ਰੋਬਲਮ ਕਿੱਥੇ ਆ ਰਹੀ ਆ? ਪ੍ਰੋਬਲਮ ਇੱਥੇ ਆ ਰਹੀ ਹੈ ਤਰਨ ਜੀ ਕਿ ਜਿਹੜੀ ਨਵੀਂ ਕੰਸਟਰਕਸ਼ਨ ਹੋ ਰਹੀ ਆ, ਉਹ ਜੋ ਅੱਜ ਮਾਰਕੀਟ ਦਾ ਰੇਟ ਆ, ਉਹ ਸਾਨੂੰ ਸਮਝ ਨਹੀਂ ਆ ਰਹੀ ਕਿ ਇਸ ਤੋਂ ਥੱਲੇ ਹੋਏਗੀ। ਸੋ ਇਸ ਕਰਕੇ ਪ੍ਰਾਈਸ ਥੱਲੇ ਜਾਣ ਵਾਲੇ ਕੋਈ ਹਾਲਾਤ ਨਹੀਂ ਨਜ਼ਰ ਆ ਰਹੇ। ਠੀਕ ਹੈ ਜੀ। ਹੁਣ ਕੋਈ ਵੀ ਬਿਲਡਰ ਆ, ਜੇ ਮਤਲਬ ਉਹ ਉਸ ਪ੍ਰੋਜੈਕਟ ਦੇ ਵਿੱਚ ਪੈਸੇ ਨਹੀਂ ਕਮਾਊਗਾ ਤਾਂ ਉਹਨੂੰ ਵੇਚੂਗਾ ਨਹੀਂ ਜਾਂ ਬਿਲਡ ਨਹੀਂ ਕਰੂਗਾ। ਠੀਕ ਹੈ ਜੀ। ਹੁਣ ਆਪਾਂ ਨੂੰ ਇੱਕ ਚੀਜ਼ ਇਹ ਸਮਝ ਆ ਗਈ ਕਿ ਬਰੈਂਪਟਨ ਦੇ ਵਿੱਚ ਜਿਹੜਾ ਵੀ ਕੋਈ ਡਿਟੈਚ ਘਰ ਆ ਜੀ, ਉਹ 1.5 ਮਿਲੀਅਨ ਤੋਂ ਥੱਲੇ ਨਹੀਂ ਕਾਸਟ ਕਰਦਾ ਬਿਲਡਰ ਨੂੰ ਨਵਾਂ ਜਿਹੜਾ 2 ਡਬਲ ਕਾਰ ਗਰਾਜ ਦਾ। ਇੱਕ ਬਾਟਮ ਲਾਈਨ ਸੈੱਟ ਹੋ ਗਈ ਕਿ 1.5 ਮਿਲੀਅਨ ਤੋਂ ਥੱਲੇ ਆਪਾਂ ਨੂੰ ਡਬਲ ਕਾਰ ਗਰਾਜ ਦਾ ਨਵਾਂ ਡਿਟੈਚ ਘਰ ਨਹੀਂ ਮਿਲਣਾ। ਠੀਕ ਹੈ ਜੀ, ਇਹ ਗੱਲ ਖਤਮ ਹੋ ਗਈ। ਹੁਣ ਜੇ ਮੇਰਾ ਬਜਟ ਹੈਗਾ ਵਾ ਜੀ ਮਹੀਨੇ ਦਾ ਖਰਚ ਕਰਨ ਦਾ $1 ਮਿਲੀਅਨ ਤੱਕ ਦੇ ਘਰ ਦਾ, ਤਾਂ ਮੈਂ ਉਹ ਸੋਚੂਗਾ ਹੀ ਨਹੀਂ। ਪਰ ਪਾਸਟ ਦੇ ਵਿੱਚ ਕੀ ਹੋਇਆ, ਲੋਕਾਂ ਨੇ ਘੱਟ ਪੇਮੈਂਟਸ ਨੂੰ ਦੇਖਦੇ ਹੋਏ ਉਹ ਵੱਡੀਆਂ ਚੀਜ਼ਾਂ ਨੂੰ ਲੈ ਲਿਆ। ਚਾਹੇ ਉਹ ਉਹਨਾਂ ਦੀ ਲੋੜ ਤੋਂ ਜ਼ਰੂਰਤ ਸੀ ਜਾਂ ਨਹੀਂ ਸੀ ਜ਼ਰੂਰਤ, ਉਹਨਾਂ ਨੇ ਉਹ ਵੱਡੀ ਚੀਜ਼ ਨੂੰ ਹੱਥ ਪਾ ਲਿਆ। ਹੁਣ ਪ੍ਰੋਬਲਮ ਕਿੱਥੇ ਆ ਰਹੀ ਆ? ਵੱਡੀ ਚੀਜ਼ ਦਾ ਪ੍ਰਾਈਸ ਥੱਲੇ ਨਹੀਂ ਆ ਰਿਹਾ ਕਿਉਂਕਿ ਉਸ ਤੋਂ ਥੱਲੇ ਉਹਦੀ ਕੰਸਟਰਕਸ਼ਨ ਕਾਸਟ ਨਹੀਂ ਹੈ। ਲੋਕਾਂ ਦੀ ਜਿਹੜੇ ਲੋਕਾਂ ਨੇ ਉਹਨੂੰ ਹੱਥ ਪਾਇਆ ਉਹਨਾਂ ਦੀ ਅਫੋਰਡੇਬਿਲਟੀ ਨਹੀਂ ਹੈ। ਉਹ ਗੈਪ ਸੀ ਜਿਹੜਾ ਉਹਨਾਂ ਦਾ ਬਹੁਤ ਵੱਡਾ ਹੋ ਗਿਆ। ਬਿਲਕੁਲ, ਮਤਲਬ ਨਾ ਤਾਂ ਉਹਦਾ ਪ੍ਰਾਈਸ ਥੱਲੇ ਘਟਣ ਵਾਲੇ ਹਾਲਾਤ ਨੇ, ਠੀਕ ਹੈ ਜੀ, ਔਰ ਨਾ ਹੀ ਉਹਨਾਂ ਦੀ ਇਨਕਮ ਇੰਨੀ ਜ਼ਿਆਦਾ ਜੰਪ ਕਰਨੀ ਆ ਕਿ ਵੀ ਆਪਾਂ ਇਹ ਗੱਲ ਕਹਿ ਦਈਏ ਕਿ ਉਹਨਾਂ ਦੀ ਇਨਕਮ 1 ਲੱਖ ਤੋਂ 3 ਲੱਖ ਹੋ ਜਾਏਗੀ। ਇਹੋ ਜਿਹੇ ਵੀ ਮਾਰਕੀਟ ਦੇ ਹਾਲਾਤ ਨਹੀਂ ਹੈ। ਅੱਛਾ, ਉਹਦੇ ਨਾਲ ਹੋਇਆ ਕਿ ਇੰਟਰਸਟ ਰੇਟ ਵਧਣ ਕਰਕੇ ਮਾਰਕੀਟ ਦੇ ਵਿੱਚ ਐਕਟੀਵਿਟੀ ਕਾਫੀ ਘਟ ਗਈ। ਅੱਛਾ, ਜਦੋਂ ਮਾਰਕੀਟ ਦੇ ਵਿੱਚ ਐਕਟੀਵਿਟੀ ਘਟ ਗਈ, ਘਰਾਂ ਦੀ ਬਾਇੰਗ ਸੈਲਿੰਗ ਘਟ ਗਈ, ਉਹਦੇ ਨਾਲ ਜਿਹੜੇ ਰਿਲੇਟਡ ਕੰਮ ਸੀ ਉਹ ਵੀ ਥੱਲੇ ਆ ਗਏ। ਹੁਣ ਰਿਲੇਟਡ ਕੰਮ ਤੁਸੀਂ ਦੇਖੋ, ਇੱਕ ਘਰ ਦੀ ਕੰਸਟਰਕਸ਼ਨ ਦੇ ਵਿੱਚ 70-75 ਟ੍ਰੇਡ ਕੰਮ ਕਰਦੇ ਆ ਜੀ। ਔਰ ਉਹਦੇ ਤੋਂ ਨਾਲ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਖਿਆਲ 10-15 ਬਿਜ਼ਨਸ ਘੱਟੋ ਘੱਟ ਹੋਰ ਜੁੜੇ ਹੋਏ ਆ ਜੀ। ਜਦੋਂ ਕੋਈ ਵੀ ਘਰ ਹੁੰਦਾ ਜਾਂ ਜਦੋਂ ਕੋਈ ਬੰਦਾ ਘਰ 'ਚ ਮੂਵ ਕਰਦਾ ਜੀ, ਲੋਕੀ ਫਰਨੀਚਰ ਬਾਏ ਕਰਦੇ ਆ, ਅਪਲਾਈਐਂਸਿਸ ਬਾਏ ਕਰਦੇ ਆ, ਹੋਰ ਚੀਜ਼ਾਂ ਬਾਏ ਕਰਦੇ ਆ,
ਠੀਕ ਹੈ ਜੀ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਸਾਰੀਆਂ ਚੀਜ਼ਾਂ ਸਲੋ ਹੋ ਗਈਆਂ। ਕੱਲ ਕਿ ਪਰਸੋਂ ਮੇਰੇ ਨਾਲ ਇੱਕ ਬਿਲਡਰ ਬੈਠੇ ਸੀਗੇ ਜੀ, ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ। ਉਹ ਕਹਿੰਦੇ ਕਿ ਜੋ ਮੈਨੂੰ ਇਹ ਲੱਗ ਰਿਹਾ ਆਉਣ ਵਾਲੇ ਟਾਈਮ 'ਚ, ਜੋ ਕਿ ਸਾਨੂੰ ਵੀ ਇਹ ਲੱਗ ਰਿਹਾ ਕਿ ਸ਼ਾਇਦ ਡਿਟੈਚ ਘਰ ਲੋਕਾਂ ਦੇ ਲਈ ਖਾਸ ਕਰਕੇ GTA ਦੀ ਕੋਰ ਦੇ ਵਿੱਚ ਕਾਫੀ ਔਖੇ ਹੋ ਜਾਣਗੇ ਲੈਣੇ। ਹੁਣ ਤੁਸੀਂ ਇੱਕ ਚੀਜ਼ ਦੇਖੋ, ਪਹਿਲਾਂ ਲੋਕੀ ਡਿਟੈਚ ਘਰ ਲੈਂਦੇ ਸੀ, ਫਿਰ ਸੈਮੀਜ਼ ਤੇ ਗੱਲ ਆ ਗਈ, ਫਿਰ ਟਾਊਨਸ ਤੇ ਗੱਲ ਆ ਗਈ, ਹੁਣ ਟਾਊਨ ਤੋਂ ਸਟੈਕ ਟਾਊਨ ਹਾਊਸਿਸ ਤੇ ਗੱਲ ਆ ਗਈ ਜੀ। ਮਤਲਬ ਸਟੈਕ ਟਾਊਨ ਹਾਊਸ ਤੇ ਗੱਲ। ਮੈਂ ਅੱਜ ਤੋਂ 18 ਸਾਲ ਪਹਿਲਾਂ ਜਦੋਂ ਬਿਜ਼ਨਸ ਸ਼ੁਰੂ ਕੀਤਾ ਸੀ ਤਰਨ ਜੀ, ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ 2 ਬੈਡਰੂਮ ਦਾ ਘਰ ਵਿਕ ਵੀ ਸਕਦਾ, ਸੋਚ ਵੀ ਨਹੀਂ ਸੀ ਸਕਦੇ। ਤੇ ਅੱਜ 2 ਬੈਡਰੂਮ ਦਾ ਘਰ ਲੈਣਾ ਵੀ ਲੋਕਾਂ ਲਈ ਪ੍ਰੋਜੈਕਟ ਬਣ ਗਿਆ ਜੀ। ਬਿਲਕੁਲ ਸਰ, ਜਿਵੇਂ ਸੋਨੀ ਸਰ ਦੱਸ ਰਹੇ ਨੇ ਤਾਂ ਇਸ ਵਕਤ ਜਿਵੇਂ ਆਪਾਂ ਗੱਲ ਕੀਤੀ ਹੈ ਰੇਟ ਆਫ ਇੰਟਰਸਟ ਨੂੰ ਲੈ ਕੇ, ਬੈਂਕ ਆਫ ਕੈਨੇਡਾ ਦੀ ਮੈਂ ਸਟੇਟਮੈਂਟ ਦੇਖਦੀ ਪਈ ਸੀ ਕਿ ਉਹ ਵੀ ਇਸ ਗੱਲ ਨੂੰ ਹੈਰਾਨੀ ਪ੍ਰਗਟਾ ਰਹੇ ਨੇ ਕਿ ਵੀ ਰੇਟ ਆਫ ਇੰਟਰਸਟ ਵਧਾਉਣ ਦੇ ਬਾਵਜੂਦ ਮਹਿੰਗਾਈ ਦੇ ਉੱਤੇ ਹਜੇ ਕਾਬੂ ਨਹੀਂ ਪਾਇਆ ਜਾ ਰਿਹਾ ਹੈਗਾ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ 8 ਪੁਆਇੰਟ ਸਮਥਿੰਗ ਤੋਂ ਕਿ ਅੱਜ ਅਸੀਂ 3.3 ਤੇ ਆ ਚੁੱਕੇ ਹਾਂ, ਬਟ ਸਟਿਲ ਹੁਣ ਤਾਂ ਲੋਕਾਂ ਦੀ ਅਫੋਰਡੇਬਿਲਿਟੀ ਵੀ ਜਿਹੜੀ ਆ ਉਹਨਾਂ ਦੀ ਅਪਰੋਚ ਤੋਂ ਬਾਹਰ ਹੋ ਚੁੱਕੀ ਆ। ਇਸ ਦੇ ਬਾਵਜੂਦ ਜਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਆ ਤਾਂ ਹੁਣ ਕਿੱਧਰ ਨੂੰ ਜਾ ਰਿਹਾ ਵਾ ਇਸ ਵਕਤ? ਮਤਲਬ ਕਿ ਕਿਤੇ ਨਾ ਕਿਤੇ ਬੈਂਕ ਆਫ ਕੈਨੇਡਾ ਵੀ ਇਸ ਚੀਜ਼ ਨੂੰ ਸਮਝਣ ਦੇ ਵਿੱਚ ਗਲਤ ਰਹੀ ਹੈ ਕਿ ਰੇਟ ਆਫ ਇੰਟਰਸਟ ਲਗਾਤਾਰ ਵਧਾਉਣ ਦੇ ਨਾਲ ਕਿ ਸ਼ਾਇਦ ਅਸੀਂ ਮਹਿੰਗਾਈ ਘਟਾ ਸਕਦੇ ਹਾਂ। ਇੱਥੋਂ ਜਿਹੜੀ ਇੱਕ ਗੱਲ ਕਲੀਅਰ ਹੁੰਦੀ ਆ ਤਰਨ ਜੀ, ਉਹ ਇਹ ਹੈ ਕਿ ਜਿਹੜਾ ਡਾਟਾ ਆ ਲੱਗ ਇਹ ਰਿਹਾ ਕਿ ਇਹ ਡਾਟਾ ਰੀਅਲ ਹੈ ਹੀ ਨਹੀਂਗਾ ਹੈਗਾ। ਇਹ ਡਾਟਾ ਫਿਕਸ਼ੀਅਸ ਹੈ, ਇਹ ਬਣਾਇਆ ਗਿਆ ਆ, ਬੁੱਕਸ ਜਿਹੜੀਆਂ ਜਿਵੇਂ ਆਮ ਕਹਿ ਦਿੰਦੇ ਵੀ ਕੁੱਕ ਕੀਤੀਆਂ ਗਈਆਂ ਆ। ਸੱਚਾਈ ਕੁਝ ਹੋਰ ਆ, ਦਿਖਾਇਆ ਕੁਝ ਹੋਰ ਜਾ ਰਿਹਾ ਆ। ਇਹਦੇ ਪਿੱਛੇ ਕੀ ਕਾਰਨ ਨੇ, ਕੀ ਸਰਕਾਰ ਦੀ ਇਹਦੇ ਚ ਕਮੀ ਹੈਗੀ ਹੈ ਜਾਂ ਬਿਜ਼ਨੈਸਸ ਜਿਹੜੇ ਨੇ ਉਹਨਾਂ ਦਾ ਕੋਈ ਕਾਲਾ ਮਾਲਾ ਆ, ਇਹ ਗੱਲ ਮਤਲਬ ਕਿਤੇ ਹਜਮ ਨਹੀਂ ਹੁੰਦੀ ਕਿ ਸਾਰੇ ਸਟੈਪਸ ਜਿਹੜੇ ਸਰਕਾਰ ਲੈ ਰਹੀ ਆ ਔਰ ਫਿਰ ਵੀ ਉਹਨਾਂ ਦੀ ਸਮਝ ਤੋਂ ਬਾਹਰ ਆ ਵੀ ਹੁਣ ਹੋਰ ਕੀ ਕੀਤਾ ਜਾਵੇ। ਹੋ ਕੀ ਰਿਹਾ ਆ ਕਿ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਇਹ ਗੱਲ ਕੀਤੀ ਹੈ ਕਿ ਇੱਕ ਲੰਬਾ ਟਾਈਮ ਜਿਹੜਾ ਸੀਗਾ ਉਹ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਔਰ ਜਿਵੇਂ ਕਹ ਲਓ ਵੀ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਸੀਗੀਆਂ, ਇੰਟਰਸਟ ਰੇਟ ਇੰਨਾ ਲੋ ਸੀਗਾ, ਮਤਲਬ 0% ਤੇ ਲੈਂਡਿੰਗ ਸੀਗੀ, ਓਵਰਨਾਈਟ ਲੈਂਡਿੰਗ ਜਿਹੜੀ ਬੈਂਕ ਆਫ ਕੈਨੇਡਾ ਦੀ ਸੀਗੀ। ਤੇ ਮਤਲਬ ਉਹ ਕੋਈ ਇਕਨੋਮਿਕ ਸੈਂਸ ਬਣਦੀ ਹੀ ਨਹੀਂ ਹੈ ਔਰ ਉਹ ਇੱਕ ਲੰਮੇ ਟਾਈਮ ਤੱਕ ਉਹਨੂੰ ਅਲਾਉ ਕੀਤਾ ਗਿਆ। ਤੇ ਹੁਣ ਜਦੋਂ ਜਿਵੇਂ ਜਿਵੇਂ ਕਹਿ ਲਓ ਇਲੈਕਸ਼ਨ ਨੇੜੇ ਆ ਰਿਹਾ, ਜਿਵੇਂ ਜਿਵੇਂ ਸਰਕਾਰ ਦੇ ਉੱਤੇ ਦਬਾਅ ਪੈ ਰਿਹਾ ਆ, ਹੁਣ ਸ਼ਾਇਦ ਉਹਨਾਂ ਨੂੰ ਇਹ ਸੋਝੀ ਆਈ ਆ, ਪਰ ਮਤਲਬ ਇਹ ਕਾਫੀ ਲੇਟ ਹੋ ਚੁੱਕਿਆ ਹੁਣ। ਔਰ ਹੁਣ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜਾ 8, 10, 15 ਸਾਲ ਦੀ ਜਿਹੜੀ ਗਲਤੀ ਸੀ ਉਹਨੂੰ 1 ਸਾਲ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਸੁਧਾਰ ਲਿਆ ਜਾਵੇ। ਜੇ ਤੁਸੀਂ ਸੁਧਾਰ ਦੀ ਗੱਲ ਕਰਦੇ ਹੋ, ਮੈਂ ਅੱਜ ਹੀ ਕੁਝ ਅੰਕੜੇ ਜਿਹੜੇ ਆ ਮਿਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਆਸਟ੍ਰੇਲੀਆ ਨਾਲ ਅਕਸਰ ਕੈਨੇਡਾ ਦਾ ਕੰਪੈਰੀਜ਼ਨ ਹੁੰਦਾ, ਚਾਹੇ ਉਹ ਇਮੀਗ੍ਰੇਸ਼ਨ ਦੇ ਖੇਤਰ 'ਚ ਹੋਵੇ, ਚਾਹੇ ਉਹ ਇਕਨੋਮਿਕ ਗਰੋਥ ਦੇ ਖੇਤਰ ਦੇ ਵਿੱਚ ਹੋਵੇ। ਸੋ ਆਸਟ੍ਰੇਲੀਆ ਦਾ ਬਿਆਨ ਆਇਆ, ਉਹਨਾਂ ਦੇ ਮਿਨਿਸਟਰ ਕਹਿ ਰਹੇ ਨੇ ਕਿ ਵੀ ਅਸੀਂ ਆਉਣ ਵਾਲੇ 5 ਸਾਲਾਂ ਵਿੱਚ 1.4 ਮਿਲੀਅਨ ਘਰਾਂ ਦਾ ਨਿਰਮਾਣ ਕਰਾਂਗੇ ਆਪਦੀ ਸਿਚੁਏਸ਼ਨ ਨੂੰ ਦੇਖਦੇ ਹੋਏ, ਜਦਕਿ ਇੰਨੇ ਕੀ ਘਰ ਕੈਨੇਡਾ 10 ਸਾਲਾਂ 'ਚ ਬਣਾਉਣ ਬਾਰੇ ਸੋਚ ਰਿਹਾ ਵਾ, ਜਦਕਿ ਸਾਡੀ ਉਹਨਾਂ ਦੇ ਨਾਲੋਂ ਕਿਤੇ ਜ਼ਿਆਦਾ ਇਮੀਗ੍ਰੇਸ਼ਨ ਇਸ ਵਕਤ ਵੱਧ ਰਹੀ ਹੈ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਮੈਂ ਸਭ ਤੋਂ ਪੁੱਛਣਾ ਚਾਹੁੰਦੀ ਸੀ ਹਾਂਜੀ ਵੀ ਜਿੱਦਾਂ ਆਪਾਂ ਹੁਣ ਘਰ ਬਾਏ ਕਰਨਾ ਹੈ ਤਾਂ ਉਹਦੇ ਵਿੱਚ ਜਿੱਦਾਂ ਬੇਸਮੈਂਟਾਂ 'ਚ ਅੱਜ ਕੱਲ੍ਹ ਸੁਣਨ ਚਾਹੀ ਚੈਕਿੰਗ ਹੋ ਰਹੀ ਹੈ ਵੀ ਉਹ ਅਪਰੂਵਲ ਕਰਵਾਈ ਹੈ ਜਾਂ ਨਹੀਂ ਕਰਵਾਈ। ਜੇਕਰ ਆਪਾਂ ਡਿਟੈਚ ਘਰ ਜਾਂ ਕੋਈ ਮਤਲਬ ਟਾਊਨ ਹਾਊਸ ਲੈਂਦੇ ਆ ਤੇ ਆਪਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਉਹਨਾਂ ਨੇ ਅਪਰੂਵਲ ਲਈ ਉਹਦੀ ਜਾਂ ਨਹੀਂ ਪਈ ਬੇਸਮੈਂਟ ਦੀ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ। ਥੈਂਕ ਯੂ ਜੀ ਸਰ। ਹਾਂਜੀ, ਜਿਹੜਾ ਤਰਨ ਜੀ ਇਹਨਾਂ ਦਾ ਕੁਐਸਚਨ ਸੀਗਾ ਵੀ ਜੇ ਇਹ ਕੋਈ ਪ੍ਰਾਪਰਟੀ ਬਾਏ ਕਰਦੇ ਨੇ ਕਿ ਇਹਨਾਂ ਨੂੰ ਇਹ ਕਿੱਦਾਂ ਪਤਾ ਲੱਗੇਗਾ ਕਿ ਉਹਦੀ ਜਿਹੜੀ ਬੇਸਮੈਂਟ ਆ ਉਹਨਾਂ ਨੇ ਰਜਿਸਟਰ ਕਰਾਈ ਹੈ ਜਾਂ ਨਹੀਂ ਕਰਾਈ। ਇਹਦੇ ਬਾਰੇ ਇਸ ਤਰ੍ਹਾਂ ਜੀ ਕਿ ਜਿਹੜੇ ਵੀ ਸ਼ਹਿਰ ਦੇ ਵਿੱਚ ਤੁਹਾਡਾ ਘਰ ਆ ਜੀ, ਜੇ ਉਹ ਬਰੈਂਪਟਨ ਚ ਆ ਜਾਂ ਮਿਸੀਸਾਗਾ ਚ ਆ, ਜਿਹੜਾ ਸਿਟੀ ਆਫ ਮਿਸੀਸਾਗਾ ਜਾਂ ਬਰੈਂਪਟਨ, ਵੈਸੇ ਤਾਂ ਉਹਨਾਂ ਦੀ ਵੈਬਸਾਈਟ ਦੇ ਉੱਪਰ ਵੀ ਆ ਜੀ ਕਿ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੀਆਂ ਬੇਸਮੈਂਟ ਲੀਗਲੀ ਅਪਰੂਵਡ ਨੇ ਔਰ ਉਹਦੇ ਚ 2 ਤਰੀਕੇ ਨਾਲ ਉਹ ਅਪਰੂਵਡ ਹੁੰਦੀਆਂ ਨੇ। ਇੱਕ ਤਾਂ ਸੈਕੰਡ ਡਵੈਲਿੰਗ ਅਪਰੂਵਡ ਹੁੰਦੀ ਹੈ ਕਿ ਜਿੱਥੇ ਤੁਹਾਨੂੰ ਰੈਂਟ ਕਰਨ ਵਾਸਤੇ ਵੀ ਉਹਦੀ ਪਰਮਿਸ਼ਨ ਦਿੱਤੀ ਜਾਂਦੀ ਆ, ਔਰ ਇੱਕ ਤੁਹਾਡੇ ਆਪਣੇ ਯੂਜ਼ ਵਾਸਤੇ ਉਹਨੂੰ ਲੀਗਲੀ ਅਪਰੂਵ ਕੀਤਾ ਜਾਂਦਾ ਵਾ।
ਉਹ ਜਿੱਦਾਂ ਵੀ ਉਹਦੀ ਅਪਰੂਵਲ ਹੋਈ ਆ ਜਾਂ ਉਹਦੀ ਮੰਨ ਲਓ ਕੋਈ ਵੀ ਅਪਰੂਵਲ ਨਹੀਂ ਹੋਈਗੀ, ਉਹ ਤੁਹਾਨੂੰ ਸਿਟੀ ਦੀ ਵੈਬਸਾਈਟ ਤੋਂ ਵੀ ਪਤਾ ਲੱਗ ਸਕਦੀ ਹੈ। ਔਰ ਜੇ ਮੰਨ ਲਓ ਕਿਸੇ ਕਾਰਨ ਕਰਕੇ ਤੁਸੀਂ ਨਹੀਂ ਵੈਬਸਾਈਟ ਤੇ ਲੱਭ ਪਾ ਰਹੇ ਉਹਨੂੰ, ਤਾਂ ਤੁਸੀਂ ਉੱਥੇ ਸਿਟੀ ਨੂੰ ਵੀ ਕਾਲ ਕਰ ਸਕਦੇ ਹੋ। ਸਿਟੀ ਤੁਹਾਨੂੰ ਉਹ ਦੱਸੇਗਾ ਕਿ ਵੀ ਹਾਂ ਇਹ ਜਿਹੜੀ ਇਹਦੀ ਬੇਸਮੈਂਟ ਆ ਇਹ ਅਪਰੂਵਡ ਹੈ ਜਾਂ ਨਹੀਂ ਹੈ। ਔਰ ਤੀਜੀ ਚੀਜ਼ ਇਹ ਹੈ ਜੀ ਕਿ ਜੇ ਤੁਸੀਂ ਪ੍ਰਾਪਰਟੀ ਬਾਏ ਕਰ ਰਹੇ ਹੋ, ਮੈਜੋਰਟੀ ਦੇ ਵਿੱਚ ਜਿਹੜੇ ਵੀ ਓਨਰ ਨੇ ਜਿਨ੍ਹਾਂ ਨੇ ਉਹ ਅਪਰੂਵ ਕਰਾਈ ਆ, ਉਹਨਾਂ ਕੋਲ ਸਿਟੀ ਕਨਿਓ ਇਸ਼ੂਡ ਇੱਕ ਸਰਟੀਫਿਕੇਟ ਹੁੰਦਾ ਜੋ ਕਿ ਉਹਨਾਂ ਨੂੰ ਕਨਫਰਮ ਕਰਦਾ ਕਿ ਜਿਹੜੀ ਤੁਹਾਡੀ ਇਹ ਬੇਸਮੈਂਟ ਆ ਇਹ ਸੈਕੰਡ ਡਵੈਲਿੰਗ ਹੈ ਜਾਂ ਲੀਗਲੀ ਵੈਸੇ ਅਪਰੂਵਡ ਆ ਤੁਹਾਡੇ ਆਪਣੇ ਯੂਜ਼ ਵਾਸਤੇ, ਤੁਸੀਂ ਉਹ ਵੀ ਉਹਨਾਂ ਤੋਂ ਲੈ ਸਕਦੇ ਹੋ। ਔਰ ਜੇ ਜਿੱਥੇ ਕਿਤੇ ਕੋਈ ਬਿਲਡਰ ਤੁਹਾਨੂੰ ਬੇਸਮੈਂਟ ਬਣਾ ਕੇ ਦਿੰਦਾ, ਜਿਵੇਂ ਕਹ ਲਓ ਕਿ ਜੇ ਕੋਈ ਘਰ ਬਿਲਡਰ ਬਣਾ ਕੇ ਦਿੰਦੇ ਨੇ, ਜਿੱਦਾਂ ਬ੍ਰਾਂਡ ਨਿਊ ਤੁਸੀਂ ਕੋਈ ਪ੍ਰਾਪਰਟੀ ਬਾਏ ਕਰਦੇ ਹੋ, ਉਹਨਾਂ 'ਚ ਕਈ ਵਾਰ ਬਿਲਡਰ ਤੁਹਾਨੂੰ ਬੇਸਮੈਂਟਸ ਵੀ ਬਣਾ ਕੇ ਦਿੰਦੇ ਨੇ। ਉਹਦੇ 'ਚ ਜਿਹੜੀਆਂ ਮੈਜੋਰਟੀ ਆਫ ਬੇਸਮੈਂਟਸ ਬਿਲਡਰ ਕਨਿਓ ਫਿਨਿਸ਼ ਕੀਤੀਆਂ ਹੁੰਦੀਆਂ ਨੇ, ਉਹ ਮੋਸਟਲੀ ਤੁਹਾਡੇ ਆਪਣੇ ਯੂਜ਼ ਵਾਸਤੇ ਫਿਨਿਸ਼ ਹੁੰਦੀਆਂ ਨੇ ਔਰ ਉਹ ਆਲਰੇਡੀ ਸਿਟੀਜ਼ ਤੋਂ ਅਪਰੂਵਡ ਹੁੰਦੀਆਂ ਨੇ। ਬਟ ਕਈ ਬਿਲਡਰ ਇਸ ਤਰ੍ਹਾਂ ਦੇ ਵੀ ਹੈ ਕਿ ਜਿਹੜੇ ਸੈਕੰਡ ਡਵੈਲਿੰਗ ਵੀ ਤੁਹਾਨੂੰ ਆਫਰ ਕਰਦੇ ਆ, ਔਰ ਜੇ ਉਹ ਕੋਈ ਬਿਲਡਰ ਤੁਹਾਨੂੰ ਸੈਕੰਡ ਡਵੈਲਿੰਗ ਅਪਰੂਵਡ ਆਫਰ ਕਰਦਾ ਤਾਂ ਉਹ ਤੁਹਾਨੂੰ ਬਕਾਇਦਾ ਉਹਦਾ ਰਾਈਟਿੰਗ ਦੇ ਵਿੱਚ ਕਨਫਰਮੇਸ਼ਨ ਦਿੰਦੇ ਨੇ ਕਿ ਇਸ ਪ੍ਰਾਪਰਟੀ ਦੀ ਜਿਹੜੀ ਸੈਕੰਡ ਡਵੈਲਿੰਗ ਆ ਇਹ ਅਪਰੂਵਡ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਤੁਸੀਂ ਬ੍ਰਾਂਡ ਨਿਊ ਪ੍ਰਾਪਰਟੀ ਬਾਏ ਕਰ ਰਹੇ ਹੋ, ਚਾਹੇ ਤੁਸੀਂ ਕੋਈ ਪੁਰਾਣੀ ਪ੍ਰਾਪਰਟੀ ਬਾਏ ਕਰ ਰਹੇ ਹੋ, ਤੁਸੀਂ 100% ਪਤਾ ਕਰ ਸਕਦੇ ਹੁੰਦੇ ਹੋ ਕਿ ਇਹਦੀ ਜਿਹੜੀ ਬੇਸਮੈਂਟ ਆ ਉਹ ਅਪਰੂਵਡ ਹੈ ਜਾਂ ਨਹੀਂ ਹੈਗੀ। ਔਰ ਮੰਨ ਲਓ ਜੇ ਉਹ ਬਣੀ ਹੋਈ ਹੈ ਨਹੀਂ ਅਪਰੂਵਡ ਹੈਗੀ, ਤਾਂ ਵੀ ਉਹਨੂੰ ਅਪਰੂਵ ਕਰਾਉਣ ਦਾ ਵੀ ਇੱਕ ਪ੍ਰੋਸੈਸ ਆ, ਤੁਸੀਂ ਉਹ ਪ੍ਰੋਸੈਸ ਕਰਕੇ ਉਹਨੂੰ ਅਪਰੂਵ ਵੀ ਕਰਵਾ ਸਕਦੇ ਹੋ। ਉਹਦੇ 'ਚ ਕੁਝ ਕਾਸਟ ਤੇ ਕੁਝ ਉਹਦਾ ਜਿਹੜਾ ਪ੍ਰੋਸੀਜਰ ਆ ਉਹ ਤੁਹਾਨੂੰ ਫਾਲੋ ਕਰਨਾ ਪੈਂਦਾ ਜੀ ਸਰ। ਇੱਕ ਹੋਰ ਗੱਲ ਜਿਹੜੀ ਇੱਥੇ ਕੀਤੀ ਜਾ ਸਕਦੀ ਹੈ, ਜਦੋਂ ਤੁਸੀਂ ਆਫਰ ਪਾ ਰਹੇ ਹੋ ਕਿਸੇ ਵੀ ਪ੍ਰਾਪਰਟੀ ਦੇ ਉੱਤੇ, ਉਸ ਆਫਰ ਦੇ ਵਿੱਚ ਤੁਸੀਂ ਇਹ ਕਲੌਜ਼ ਪਾ ਸਕਦੇ ਹੋ ਕਿ ਇਹ ਜਿਹੜੀ ਡੀਲ ਹੈਗੀ ਹੈ ਕੰਡੀਸ਼ਨਲ ਹੈ, ਜਦੋਂ ਤੱਕ ਅਸੀਂ ਇਹ ਕਨਫਰਮ ਨਹੀਂ ਕਰ ਲੈਂਦੇ ਕਿ ਇਹ ਬੇਸਮੈਂਟ ਜਿਹੜੀ ਅਪਾਰਟਮੈਂਟ ਆ ਉਹ ਲੀਗਲ ਸੈਕੰਡ ਡਵੈਲਿੰਗ ਹੈ ਜਾਂ ਲੀਗਲੀ ਰਜਿਸਟਰਡ ਹੈਗੀ ਹੈ ਜਾਂ ਅਨਰਜਿਸਟਰਡ ਬੇਸਮੈਂਟ ਹੈਗੀ ਹੈ। ਸੋ ਉਹ ਤੁਹਾਡੇ ਰੀਅਲ ਸਟੇਟ ਏਜੰਟ ਜਿਹੜੇ ਨੇ ਉਹ ਇਸ ਬਾਰੇ 'ਚ ਤੁਹਾਨੂੰ ਜ਼ਿਆਦਾ ਗਾਈਡ ਕਰ ਸਕਦੇ ਨੇ। ਜੇ ਤੁਸੀਂ ਕੋਈ ਸਲਾਹ ਮਸ਼ਵਰਾ ਕਰਨਾ ਤੇ ਸਾਡੇ ਨਾਲ ਵੀ ਬੇਝਿਜਕ ਤੁਸੀਂ ਆਫਿਸ ਦੇ ਵਿੱਚ ਕਾਲ ਕਰਕੇ ਇਹਦੇ ਬਾਰੇ 'ਚ ਸਲਾਹ ਮਸ਼ਵਰਾ ਕਰ ਸਕਦੇ ਹੋ। ਮੈਂ ਹਾਊਸਿੰਗ ਦੀ ਗੱਲ ਕਰਦੀ ਪਈ ਸੀ, ਇਮੀਗ੍ਰੇਸ਼ਨ ਮਿਨਿਸਟਰ ਦਾ ਵੀ ਬਿਆਨ ਆਇਆ ਕਿ ਇਮੀਗ੍ਰੈਂਟਸ ਤੋਂ ਬਿਨਾ ਹਾਊਸਿੰਗ ਜਿਹੜੇ ਬਣਾਉਣੀ ਹੈ ਇਸ ਟਾਰਗੇਟ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ। ਆਸਟ੍ਰੇਲੀਆ ਦੀ ਮੈਂ ਐਗਜ਼ਾਮਪਲ ਦੇ ਰਹੀ ਸੀ, ਓਨਟਾਰੀਓ ਦਾ ਵੀ ਕੁਝ ਮਿਲਦਾ ਜੁਲਦਾ ਹੀ ਹੈ ਕਿ ਪਿਛਲੇ ਲਗਭਗ ਕਾਫੀ ਸਾਲਾਂ ਤੋਂ ਓਨਟਾਰੀਓ ਨੇ ਵੀ ਆਪਣਾ ਕੋਈ ਵੀ ਟਾਰਗੇਟ ਹਾਊਸਿੰਗ ਦੇ ਮਾਮਲੇ ਵਿੱਚ ਪੂਰਾ ਨਹੀਂ ਕੀਤਾ। ਜੀ, ਕੀ ਕਹਿਣਾ ਚਾਹੋਗੇ ਸਰ? ਗੱਲ ਉਹੀ ਜੀ ਨੀਅਤ ਦੀ ਆ ਜਾਂਦੀ ਹੈ। ਜੇ ਸਰਕਾਰਾਂ ਚਾਹਣ ਤਾਂ ਕੀ ਨਹੀਂ ਹੋ ਸਕਦਾ, ਸਭ ਕੁਝ ਹੋ ਸਕਦਾ ਹੈ, ਸਾਰੇ ਟਾਰਗੇਟ ਅਚੀਵ ਕੀਤੇ ਜਾ ਸਕਦੇ ਨੇ। ਗੱਲ ਤਾਂ ਨੀਅਤ ਦੀ ਹੁੰਦੀ ਹੈ। ਗੱਲ ਹੁੰਦੀ ਹੈ ਕਿ ਕਿਉਂਕਿ ਜਿਹੜੀ ਸਿਆਸਤ ਵੀ ਹੈ ਨਾ ਜੀ, ਉਹ ਵੀ ਫੇਵਰਿਜ਼ਮ ਦੀ ਕਿ ਜੇ ਮੈਂ ਪਾਵਰ ਦੇ ਵਿੱਚ ਆ ਤੇ ਲਾਈਕਲੀ ਹੈ ਕਿ ਜਿਹੜੇ ਮੈਨੂੰ ਲੋਕ ਪਿਆਰੇ ਨੇ ਮੈਂ ਉਹਨਾਂ ਦੇ ਫਾਇਦੇ ਦੀ ਗੱਲ ਕਰੂੰਗਾ। ਜਾਂ ਇੱਥੇ ਇੱਕ ਸਰਕਾਰ ਦੀ ਇਹ ਮਜਬੂਰੀ ਵੀ ਹੋ ਜਾਂਦੀ ਹੈ ਕਿ ਇੱਥੇ ਲੌਬੀਜ਼ ਇੰਨੀਆਂ ਪਾਵਰਫੁਲ ਨੇ ਕਿ ਨਾ ਚਾਹੁੰਦੇ ਹੋਏ ਵੀ ਕਈ ਵਾਰੀ ਸਰਕਾਰ ਨੂੰ ਉਹਨਾਂ ਦੀ ਫੇਵਰ ਦੇ ਵਿੱਚ ਕਾਨੂੰਨ ਜਿਹੜੇ ਨੇ ਉਹ ਬਣਾਉਣੇ ਪੈਂਦੇ ਨੇ, ਪਾਲਿਸੀਜ਼ ਜਿਹੜੀਆਂ ਨੇ ਉਹਨਾਂ ਦੇ ਫੇਵਰ ਦੇ ਵਿੱਚ ਬਣਾਉਣੀਆਂ ਪੈਂਦੀਆਂ ਨੇ। ਪਰ ਉਹਦਾ ਰਿਜ਼ਲਟ ਇਹ ਹੁੰਦਾ ਕਿ ਆਮ ਪਬਲਿਕ ਜਿਹੜੀ ਆ ਉਹ ਪਿਸ ਕੇ ਰਹਿ ਜਾਂਦੀ ਆ। ਉਹਦੇ ਹਿੱਤ ਦੀ ਗੱਲ ਘੱਟ ਤੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੀ ਜਾਂ ਰਿਚ ਗੈਟਸ ਰਿਚਰ ਵਾਲੀ ਗੱਲ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ ਜੀ। ਜੀ ਸਰ, ਜਿਵੇਂ ਸਾਡੇ ਦਰਸ਼ਕ ਨੇ ਵੀ ਹੁਣੀ ਕਾਲ ਕੀਤੀ ਸੀ, ਚਾਹੇ ਤੁਸੀਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ 'ਚ ਇਨਵੈਸਟਮੈਂਟ ਕਰ ਰਹੇ ਹੋ, ਚਾਹੇ ਤੁਸੀਂ ਕਮਰਸ਼ੀਅਲ ਪ੍ਰਾਪਰਟੀ 'ਚ ਇਨਵੈਸਟਮੈਂਟ ਕਰਦੇ ਹੋ, ਬਹੁਤ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਇੱਕ ਆਮ ਪਰਸਨ ਨੂੰ ਨਹੀਂ ਪਤਾ ਹੁੰਦਾ ਹੈਗਾ। ਸੋ ਦੋਵਾਂ ਦੇ ਵਿੱਚ ਪਹਿਲਾਂ ਤਾਂ ਜਦੋਂ ਆਪਾਂ ਗੱਲ ਕਰਦੇ ਹਾਂ ਇਨਵੈਸਟਮੈਂਟ ਦੀ, ਕਿੰਨਾ ਕੁ ਫਰਕ ਹੈਗਾ, ਚਾਹੇ ਤੁਸੀਂ ਰੈਜ਼ੀਡੈਂਸ਼ੀਅਲ 'ਚ ਕਰ ਰਹੇ ਹੋ ਜਾਂ ਕਮਰਸ਼ੀਅਲ 'ਚ ਕਰ ਰਹੇ ਹੋ, ਦੋਵਾਂ ਦਾ ਆਪਸ 'ਚ ਕਿੰਨਾ ਕੁ ਫਰਕ ਹੈ ਤੇ ਇਹਨਾਂ ਨੂੰ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਕਰਨਾ ਜ਼ਰੂਰੀ ਹੈ? ਜੀ ਬਿਲਕੁਲ, ਇਹਦੇ 'ਚ ਆਪਾਂ ਦੋਵੇਂ ਟਾਈਪ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੇ ਕੀ ਚੰਗੇ ਜਿਹੜੀਆਂ ਚੀਜ਼ਾਂ ਨੇ ਤੇ ਕੀ ਉਹਨਾਂ ਦੇ ਵਿੱਚ ਨਾ ਚੰਗੀਆਂ ਜਾਂ ਕੁਝ ਮਾੜੀਆਂ ਚੀਜ਼ਾਂ ਜਿਹੜੀਆਂ ਨੇ, ਜਾਂ ਮਤਲਬ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਐਂਗਲ ਤੋਂ ਉਹਨਾਂ ਨੂੰ ਦੇਖ ਰਹੇ ਹੋ ਤੇ ਤੁਹਾਡਾ ਇਨਵੈਸਟਮੈਂਟ ਦਾ ਪਰਪਸ ਕੀ ਹੈ। ਇਹ ਨੋ ਡਾਊਟ ਜਿਹੜਾ ਜੀ ਬੜਾ ਕੰਪਲੈਕਸ ਜਿਹੜਾ ਫੈਸਲਾ ਆ ਇਹ ਕਿ ਕਮਰਸ਼ੀਅਲ ਦੇ ਵਿੱਚ ਇਨਵੈਸਟ ਕੀਤਾ ਜਾਵੇ ਜਾਂ ਰੈਜ਼ੀਡੈਂਸ਼ੀਅਲ ਦੇ ਵਿੱਚ ਇਨਵੈਸਟ ਕੀਤਾ ਜਾਵੇ, ਖਾਸ ਕਰਕੇ ਜਿਹੜੇ ਫਸਟ ਟਾਈਮ ਇਨਵੈਸਟਰਸ ਨੇ। ਤਰਨਜੀ, ਹੁੰਦਾ ਕੀ ਹੈ ਕਿ ਜਿਹੜੇ ਫਸਟ ਟਾਈਮ ਇਨਵੈਸਟਰਸ ਨੇ, ਜੋ ਸਾਡਾ ਐਕਸਪੀਰੀਅੰਸ ਆ ਉਹ ਇਹੀ ਦੇਖਿਆ ਗਿਆ ਕਿ ਉਹਨਾਂ ਕੋਲ ਇੱਕ
ਆਲਰੇਡੀ ਆਪਣਾ ਘਰ ਹੁੰਦਾ, ਇਨਵੈਸਟਮੈਂਟ ਵਾਸਤੇ ਉਹ ਚੂਜ਼ ਕਰਦੇ ਨੇ ਕਿ ਇੱਕ ਛੋਟੀ ਪ੍ਰਾਪਰਟੀ ਨਾਲ ਲੈ ਲਈ ਜਾਵੇ ਰੈਜ਼ੀਡੈਂਸ਼ੀਅਲ। ਠੀਕ ਹੈ। ਤਾਂ ਜਿਹੜੀ ਰੀਅਲ ਸਟੇਟ ਇਨਵੈਸਟਮੈਂਟ ਹੈ ਆਮ ਤੌਰ ਤੇ ਰੈਜ਼ੀਡੈਂਸ਼ੀਅਲ ਇਨਵੈਸਟਮੈਂਟ ਤੋਂ ਹੀ ਸਟਾਰਟ ਹੁੰਦੀ ਹੈ। ਜਿਵੇਂ ਜਿਵੇਂ ਉਹਨਾਂ ਦਾ ਐਕਸਪੀਰੀਅੰਸ ਵੱਧਦਾ ਆ, ਜਿਵੇਂ ਜਿਵੇਂ ਉਹਨਾਂ ਦੇ ਰਿਸੋਰਸਸ ਵੱਧਦੇ ਨੇ, ਫਿਰ ਉਹ ਕਮਰਸ਼ੀਅਲ ਵੱਲ ਆਉਣਾ ਸ਼ੁਰੂ ਕਰਦੇ ਨੇ। ਜੇ ਆਪਾਂ ਕਮਰਸ਼ੀਅਲ ਪ੍ਰਾਪਰਟੀਆਂ ਨੂੰ ਲਈਏ ਵੀ ਇਹਦੇ ਜਿਹੜੇ ਪੋਜ਼ਿਟਿਵ ਜਾਂ ਪ੍ਰੋਜ਼ ਜਿਹੜੇ ਨੇ ਉਹ ਕੀ ਨੇ, ਇੱਕ ਤਾਂ ਇਹਦੇ ਚ ਹਾਇਰ ਇਨਕਮ ਪੋਟੈਂਸ਼ੀਅਲ ਹੈਗਾ ਆ, ਕਿਉਂਕਿ ਇਹਦੇ ਲੀਜ਼ ਐਗਰੀਮੈਂਟ ਜਿਹੜੇ ਹੁੰਦੇ ਨੇ ਉਹ ਕਾਫੀ ਲੰਬੇ ਹੁੰਦੇ ਨੇ। ਠੀਕ ਹੈ। ਮਸਲਨ ਤੁਸੀਂ ਜਿਹੜੇ ਲੋਕ ਕਮਰਸ਼ੀਅਲ ਪ੍ਰਾਪਰਟੀਆਂ ਕੋਈ ਬਿਜ਼ਨਸ ਓਨ ਕਰਦੇ ਨੇ ਜਾਂ ਜਾਣਦੇ ਨੇ ਕਿ ਜੇ ਤੁਸੀਂ ਇੱਕ ਕਨਵੀਨੀਅੰਸ ਸਟੋਰ ਵੀ ਤੁਸੀਂ ਜੇ ਲੀਜ਼ ਕਰਨਾ ਹੈਗਾ ਤਾਂ ਉਹਦੇ ਚ ਆਪਸ਼ਨ ਹੁੰਦੀ ਹੈ ਕਿ 5 ਸਾਲ ਦੀ ਲੀਜ਼ ਹੋਏਗੀ, ਫਿਰ ਤੁਹਾਡੇ ਕੋਲ ਉਹਨੂੰ ਰੀਨਿਊ ਕਰਨ ਦੇ 2 ਜਾਂ 3 ਮੌਕੇ ਹੋਰ ਹੋਣਗੇ। ਸੋ ਇਸ ਤਰ੍ਹਾਂ ਤਕਰੀਬਨ ਉਹ 20 ਸਾਲ ਦੀ ਜਾਂ 15 ਸਾਲ ਦੀ ਲੀਜ਼ ਜਿਹੜੀ ਹੈ ਉਹ ਤੁਹਾਡੀ ਇੱਕ ਤਰ੍ਹਾਂ ਸਿਕਿਉਰ ਹੋ ਜਾਂਦੀ ਹੈ। ਸੋ ਉਹ ਪ੍ਰਾਪਰਟੀ ਓਨਰ ਵਾਸਤੇ ਇੱਕ ਬਹੁਤ ਵਧੀਆ ਗੱਲ ਹੈ ਕਿ ਇੱਕ ਤਾਂ ਉਹਦੀ ਸਿਰਦਰਦੀ ਘੱਟ ਹੈ, ਦੂਸਰੀ ਉਹਦੀ ਲੌਂਗ ਟਰਮ ਲੀਜ਼ ਹੋ ਗਈ ਜੀ। ਅੱਛਾ, ਫਿਰ ਉਹਦੇ ਨਾਲ ਕੀ ਇਨਕਮ ਤੁਹਾਡੀ ਸਟੇਬਲ ਹੋ ਜਾਂਦੀ ਹੈ। ਤੁਹਾਨੂੰ ਬਾਰ-ਬਾਰ ਜਿਹੜਾ ਉਹ ਮਤਲਬ ਰੈਜ਼ੀਡੈਂਸ਼ੀਅਲ ਨੂੰ ਜੇ ਦੇਖੀਏ ਤਾਂ ਹਰ ਜੇ ਤੁਸੀਂ 1 ਸਾਲ ਦੀ ਲੀਜ਼ ਕਰਦੇ ਹੋ ਤਾਂ ਹੋ ਸਕਦਾ ਹੈ ਉਸ ਸਾਲ ਬਾਅਦ ਉਹ ਟੈਨੈਂਟ ਮੂਵ ਹੋ ਜਾਵੇ, ਤੁਹਾਨੂੰ ਉਹਨੂੰ ਦੁਬਾਰਾ ਲੀਜ਼ ਕਰਨ ਵਾਸਤੇ ਫਿਰ ਤੁਹਾਨੂੰ ਜਿਹੜਾ ਖਰਚਾ ਉਹਨੂੰ ਐਡਵਰਟਾਈਜ਼ ਕਰੋਗੇ, ਉਹਨੂੰ ਰਿਪੇਅਰ ਕਰਾਓਗੇ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਰੈਜ਼ੀਡੈਂਸ਼ੀਅਲ ਦੇ ਵਿੱਚ ਹੋ ਜਾਂਦੀਆਂ। ਔਰ ਕਮਰਸ਼ੀਅਲ ਜਿਹੜੀ ਪ੍ਰਾਪਰਟੀ ਆ ਉਹਦੇ ਵਿੱਚ ਇੱਕ ਹੋਰ ਫਾਇਦਾ ਜਿਹੜਾ ਇਹ ਹੈ ਕਿ ਜਿਹੜੇ ਬਾਕੀ ਦੇ ਖਰਚੇ ਹੈਗੇ ਨੇ, ਇੱਕ ਬੇਸਿਕ ਰੈਂਟ ਹੁੰਦਾ, ਇੱਕ ਬਾਕੀ ਦੇ ਖਰਚੇ ਜਿਹਦੇ ਵਿੱਚ ਟੈਕਸਸ, ਮੇਨਟੇਨੈਂਸ ਤੇ ਇੰਸ਼ੋਰੈਂਸ, ਉਹ ਵੀ ਜ਼ਿਆਦਾਤਰ ਡਿਪੈਂਡ ਕਰਦਾ ਲੀਜ਼ ਦੇ ਉੱਤੇ, ਪਰ ਜੋ ਆਮ ਮਾਰਕੀਟ ਦੇ ਵਿੱਚ ਜ਼ਿਆਦਾਤਰ ਹੁੰਦਾ ਉਹ ਵੀ ਟੈਨੈਂਟ ਹੀ ਪੇ ਕਰਦਾ। ਸੋ ਜਿਹੜੀ ਪ੍ਰਾਪਰਟੀ ਓਨਰ ਹੈ, ਲੈਂਡਲੋਰਡ ਆ, ਉਹਨੂੰ ਇੱਕ ਵਰੀ ਫ੍ਰੀ ਇਨਵੈਸਟਮੈਂਟ ਮਿਲ ਜਾਂਦੀ ਹੈ। ਹੁਣ ਜੇ ਥੋੜਾ ਜਿਹਾ ਇਹਦੇ ਜਿਹੜੇ ਕੁਝ ਨੈਗੇਟਿਵ ਪਾਰਟ ਨੇ ਜੇ ਉਹ ਦੇਖਿਆ ਜਾਵੇ ਤਾਂ ਸ਼ੁਰੂ ਦੇ ਵਿੱਚ ਤੁਹਾਨੂੰ ਇੱਕ ਵੱਡਾ ਕੈਪੀਟਲ ਚਾਹੀਦਾ ਬਾਏ ਕਰਨ ਵਾਸਤੇ, ਕਿਉਂਕਿ ਆਮ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਆ ਉਹ 35 ਜਾਂ 40% ਤੁਹਾਨੂੰ ਡਿਪੈਂਡ ਕਰਦਾ ਕਿ ਤੁਹਾਡੀ ਪ੍ਰਾਪਰਟੀ ਦੀ ਪ੍ਰਾਈਸ ਕੀ ਹੈ, ਰੇਂਜ ਕੀ ਹੈ, ਤੁਹਾਡਾ ਫਾਈਨੈਂਸ਼ੀਅਲ ਇੰਸਟੀਚਿਊਟ ਦੇ ਨਾਲ ਕਿੱਦਾਂ ਦਾ ਰਿਲੇਸ਼ਨਸ਼ਿਪ ਹੈ, ਪਰ 30, 35, 40% ਤੱਕ ਵੀ ਤੁਹਾਨੂੰ ਡਾਊਨ ਪੇਮੈਂਟ ਦੇਣੀ ਪੈ ਸਕਦੀ ਹੈ। ਤੇ ਇਹ ਥੋੜਾ ਜਿਹਾ ਜਿਹੜੀਆਂ ਕਮਰਸ਼ੀਅਲ ਪ੍ਰਾਪਰਟੀਆਂ ਨੇ ਜਦੋਂ ਡਾਊਨ ਟਰਨ ਆਉਂਦਾ ਜੀ ਮਾਰਕੀਟ ਦੇ ਵਿੱਚ, ਜੇ ਬਾਈ ਚਾਂਸ ਤੁਹਾਡੀ ਪ੍ਰਾਪਰਟੀ ਵੇਕੈਂਟ ਹੈ ਤਾਂ ਹੋ ਸਕਦਾ ਹੈ ਇੱਕ ਲੰਮਾ ਸਮਾਂ ਜਿਹੜਾ ਤੁਹਾਨੂੰ ਉਹ ਟੈਨੈਂਟ ਨਾ ਲੱਭੇ, ਕਿਉਂਕਿ ਨਵੇਂ ਬਿਜ਼ਨਸ ਵੀ ਡਾਊਨ ਟਰਨ ਦੇ ਵਿੱਚ ਝਿਜਕਦੇ ਨੇ ਬਿਜ਼ਨਸ ਦੇ ਵਿੱਚ ਆਉਣ ਤੋਂ। ਦੂਜੇ ਪਾਸੇ ਜੇ ਆਪਾਂ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਨੂੰ ਦੇਖੀਏ, ਉਹਨਾਂ ਦੇ ਜਿਹੜੇ ਕੁਝ ਪੋਜ਼ਿਟਿਵ ਚੀਜ਼ਾਂ ਨੇ ਕਿ ਇਨੀਸ਼ੀਅਲੀ ਸਾਨੂੰ ਉਹਨਾਂ ਵੱਡਾ ਕੈਪੀਟਲ ਨਹੀਂ ਚਾਹੀਦਾ, ਤੁਸੀਂ ਡਿਪੈਂਡ ਔਨ ਦਾ ਪ੍ਰਾਪਰਟੀ ਪ੍ਰਾਈਸ, ਤੁਸੀਂ 5% ਤੋਂ ਲੈ ਕੇ ਜੇ ਤੁਸੀਂ ਕੁਆਲੀਫਾਈ ਕਰਦੇ ਹੋ 5% ਡਾਊਨ ਪੇਮੈਂਟ ਦੇ ਕੇ ਤੁਸੀਂ ਬਾਈ ਕਰ ਸਕਦੇ ਹੋ। ਇਕਨੋਮਿਕ ਡਾਊਨ ਟਰਨ ਦੇ ਵਿੱਚ ਜਿਹੜੇ ਆ ਇਹ ਤੁਹਾਡਾ ਮਤਲਬ, ਕਿਉਂਕਿ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਇਦਾਂ ਨਹੀਂ ਹੋਏਗਾ ਕਿ ਉਹ ਕਿਰਾਏ ਤੋਂ ਕਿਤੇ ਖਾਲੀ ਰਹਿ ਜਾਣ, ਹਮੇਸ਼ਾ ਡਿਮਾਂਡ ਬਣੀ ਰਹਿੰਦੀ ਹੈ। ਖਾਸ ਕਰਕੇ ਜਿਵੇਂ ਹੁਣ ਆ ਦੇਖੋ ਕਿ ਡਾਊਨ ਟਰਨ ਦੇ ਵਿੱਚ ਰੈਂਟਲ ਪ੍ਰਾਪਰਟੀਆਂ ਦੀ ਵੈਲਿਊ ਜਿਹੜੀ ਆ ਉਹ ਜ਼ਿਆਦਾ ਹੈਗੀ ਹੈ, ਤੇ ਇਹਦੇ ਵਿੱਚ ਕੈਪੀਟਲ ਗਰੋਥ ਦਾ ਜ਼ਿਆਦਾ ਚਾਂਸਸ ਹੈਗੇ ਨੇ ਓਵਰ ਅ ਲੌਂਗ ਪੀਰੀਅਡ ਆਫ ਟਾਈਮ। ਜਿਹੜੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ ਉਹ ਕੈਪੀਟਲ ਗਰੋਥ ਉਹਦੀ ਜ਼ਿਆਦਾ ਹੁੰਦੀ ਹੈ, ਭਾਵ ਉਹਨਾਂ ਦੀ ਕੀਮਤ ਜ਼ਿਆਦਾ ਵੱਧਦੀ ਹੈਗੀ ਹੈ। ਜਿਹੜੇ ਇਹਦੇ ਕੁਝ ਜੇ ਨੈਗੇਟਿਵ ਪਾਰਟ ਦੇਖੀਏ ਤਾਂ ਰੈਂਟ ਜਿਹੜਾ ਉਹ ਥੋੜਾ ਘੱਟ ਹੁੰਦਾ ਕਮਰਸ਼ੀਅਲ ਪ੍ਰਾਪਰਟੀ ਦੇ ਮੁਕਾਬਲੇ ਦੇ ਵਿੱਚ। ਦੂਸਰਾ ਇਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਦੇ ਵਿੱਚ ਇਨਵੋਲਵਮੈਂਟ ਜ਼ਿਆਦਾ ਹੈਗੀ ਆ ਜਿਹੜੀ ਲੈਂਡਲੋਰਡ ਦੀ ਹੈਗੀ ਆ, ਕਿਉਂਕਿ ਟੈਨੈਂਟ ਹੁੰਦਾ ਉਹ ਜੇ ਕੁਝ ਵੀ ਟੂਟੀ ਖਰਾਬ ਹੋ ਗਈ ਉਹਨੇ ਅੱਧੀ ਰਾਤ ਨੂੰ ਤੁਹਾਨੂੰ ਕਾਲ ਕਰ ਲੈਣਾ। ਸੋ ਇਦਾਂ ਦੀਆਂ ਚੀਜ਼ਾਂ ਹੈਗੀਆਂ। ਜਿਹੜਾ ਉਹਦੀ ਕਾਸਟ ਹੈ, ਕਿਉਂਕਿ ਹਰ ਸਾਲ ਤੁਹਾਨੂੰ ਟੈਨੈਂਟ ਜਿਹੜਾ ਉਹ ਨਵਾਂ ਰੱਖਣਾ ਪੈ ਸਕਦਾ ਹੈ,
ਕੁਝ ਰਿਪੇਅਰ ਕਰਵਾਉਣੀ ਪੈ ਸਕਦੀ ਹੈ, ਸੋ ਉਹ ਕਾਸਟ ਵੀ ਥੋੜੀ ਜੀ ਵੱਧ ਜਾਂਦੀ ਹੈ ਤੁਹਾਡੀ। ਜੀ ਪ੍ਰਵੀਨ ਜੀ, ਤੁਸੀਂ ਇਹਦੇ ਵਿੱਚ ਕੁਝ ਨਵਾਂ ਐਡ ਕਰਨਾ ਚਾਹੋਗੇ? ਕੁਝ ਜੇ ਤੁਹਾਡੇ ਕੋਲ ਕੋਈ ਪੁਆਇੰਟਸ ਹੈਗੇ ਤੇ ਨਾਲ ਦੀ ਨਾਲ ਥੋੜਾ ਜਿਹਾ ਜਿਹੜੇ ਦਰਸ਼ਕ ਇਸ ਵਕਤ ਮਾਰਕੀਟ ਦੀ ਸਿਚੁਏਸ਼ਨ ਨੂੰ ਲੈ ਕੇ ਥੋੜਾ ਜਿਹਾ ਚਿੰਤਤ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਤਰਨ ਜੀ, ਇਹ ਹੈ ਕਿ ਜਿੱਦਾਂ ਢਿੱਲੋਂ ਸਾਹਿਬ ਨੇ ਦੱਸਿਆ, ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਦੋਨੋਂ ਪ੍ਰਾਪਰਟੀ ਦੇ ਆਪਣੇ ਆਪਣੇ ਅਲੱਗ-ਅਲੱਗ ਡਿਫਰੈਂਟ ਤਰ੍ਹਾਂ ਦੇ ਜਿਵੇਂ ਕਹ ਲਓ ਕਿ ਫੀਚਰਸ ਨੇ। ਕੋਈ ਚੀਜ਼ ਕਿਸੇ ਪਾਸੇ ਵਧੀਆ ਕੰਮ ਕਰਦੀ ਹੈ, ਕੋਈ ਚੀਜ਼ ਕਿਸੇ ਪਾਸੇ ਵੱਧ ਕੰਮ ਕਰਦੀ ਆ। ਐਂਡ ਆਫ ਦਾ ਡੇ ਜੋ ਆਪਾਂ ਗੱਲ ਕਰੀਏ ਕਿ ਇਨਵੈਸਟਮੈਂਟ ਵਾਸਤੇ ਦੋਨੇ ਆਪਸ਼ਨਸ ਹੀ ਵਧੀਆ ਨੇ। ਆਲ ਡਿਪੈਂਡਸ ਕਿ ਤੁਹਾਡਾ ਕਿੰਨਾ ਕੁ ਤੁਹਾਡਾ ਸ਼ਾਰਟ ਟਰਮ ਗੋਲ ਆ ਕਿ ਲੌਂਗ ਟਰਮ ਗੋਲ ਆ। ਲੌਂਗ ਟਰਮ ਗੋਲਸ ਵਾਸਤੇ ਹਮੇਸ਼ਾ ਕਮਰਸ਼ੀਅਲ ਪ੍ਰਾਪਰਟੀ ਥੋੜਾ ਬੈਟਰ ਪਾਰਟ ਪਲੇ ਕਰਦੀਆਂ ਨੇ, ਸ਼ਾਰਟ ਟਰਮ ਵਾਸਤੇ ਰੈਜ਼ੀਡੈਂਸ਼ੀਅਲ ਬੈਟਰ ਪਾਰਟ ਪਲੇ ਕਰ ਜਾਂਦੀਆਂ ਨੇ, ਕਿਉਂਕਿ ਥੋੜਾ ਸੇਲੇਬਿਲਿਟੀ ਇਹਨਾਂ ਦੀ ਕਾਫੀ ਈਜ਼ੀ ਹੋ ਜਾਂਦੀ ਆ ਜਿਹੜੀਆਂ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਨੇ। ਬਾਕੀ ਜਿਹੜੀ ਅੱਜ ਦੀ ਮਾਰਕੀਟ ਦੀ ਸਿਚੁਏਸ਼ਨ ਆ ਉਹਦੇ ਬਾਰੇ ਮੈਂ ਇਹ ਗੱਲ ਕਹਿਣੀ ਚਾਹੂੰਗਾ ਮਾਰਕੀਟ ਦੀ ਸਿਚੁਏਸ਼ਨ ਵਾਸਤੇ ਕਿ ਤਰਨ ਜੀ, ਇਹ ਜਿਹੜੀ ਮਾਰਕੀਟ ਆ, ਜਿੱਥੇ ਮਾਰਕੀਟ ਦੇ ਵਿੱਚ ਕੋਈ ਚੈਲੰਜ ਹੁੰਦਾ ਪਰ ਮਾਰਕੀਟ 'ਚ ਕੋਈ ਵਧੀਆ ਪਾਰਟ ਵੀ ਪਲੇ ਹੁੰਦੇ ਨੇ। ਵਧੀਆ ਪਾਰਟ ਇਸ ਟਾਈਮ ਮਾਰਕੀਟ ਦੇ ਵਿੱਚ ਕੀ ਪਲੇ ਹੋ ਰਿਹਾ ਵਾ ਕਿ ਲੋਕਾਂ ਨੂੰ ਇਸ ਟਾਈਮ ਕਾਫੀ ਆਪਸ਼ਨਸ ਮਿਲ ਰਹੀਆਂ ਨੇ ਬਾਏ ਕਰਨ ਵਾਸਤੇ। ਔਰ ਬਾਇੰਗ ਵਾਸਤੇ ਹਮੇਸ਼ਾ ਵਧੀਆ ਟਾਈਮ ਉਹੀ ਹੁੰਦਾ ਕਿ ਜਦੋਂ ਜ਼ਿਆਦਾ ਲੋਕੀ ਬਾਏ ਨਾ ਕਰਨ, ਕਿਉਂਕਿ ਜਦੋਂ ਲੋਕੀ ਬਾਏ ਕਰ ਰਹੇ ਉਦੋਂ ਆਪਾਂ ਇੱਕ ਦੂਜੇ ਨੂੰ ਦੇਖ ਕੇ ਆਪਣੇ 'ਚ ਇੱਕ ਕੌਨਫੀਡੈਂਸ ਆਇਆ ਹੁੰਦਾ। ਜਿਹੜੀਆਂ ਪਿੱਛੇ ਲੋਕਾਂ ਨੇ ਮਹਿੰਗੀਆਂ ਪ੍ਰਾਪਰਟੀਆਂ ਬਾਏ ਕੀਤੀਆਂ ਨੇ ਉਹਦਾ ਨਤੀਜਾ ਇਹੀ ਸੀ ਕਿ ਉਦੋਂ ਉਹਨਾਂ ਨੇ ਇੱਕ ਦੂਜੇ ਨੂੰ ਦੇਖਦੇ ਹੋਏ ਬਿਨਾਂ ਸੋਚੇ ਸਮਝੇ ਪ੍ਰਾਪਰਟੀਆਂ ਬਾਏ ਕੀਤੀਆਂ ਨੇ। ਜਿਹੜੀਆਂ ਲੋਕੇਸ਼ਨਸ ਤੇ ਉਹਨਾਂ ਨੇ ਜਾ ਕੇ ਰਹਿਣਾ ਵੀ ਨਹੀਂ ਸੀ, ਉਹਨਾਂ ਨੇ ਉਹਨਾਂ ਲੋਕੇਸ਼ਨਸ ਤੇ ਜਾ ਕੇ ਪ੍ਰਾਪਰਟੀਆਂ ਬਾਏ ਕੀਤੀਆਂ। ਫਿਰ ਦੂਜੀ ਚੀਜ਼ ਇਹ ਹੈ ਕਿ ਉਹਨਾਂ ਦੇ ਕੋਲ ਆਪਣੀਆਂ ਸੇਵਿੰਗਸ ਹੈ ਨਹੀਂ ਸੀਗੀਆਂ, ਉਹਨਾਂ ਨੇ ਆਪਣੀਆਂ ਸੇਵਿੰਗਸ ਨਾ ਹੋਣ ਦੇ ਬਾਵਜੂਦ ਵੀ ਬੋਰੋ ਕਰਕੇ ਆਪਣੀ ਡਾਊਨ ਪੇਮੈਂਟ ਪ੍ਰਾਪਰਟੀਆਂ ਬਾਏ ਕੀਤੀਆਂ। ਸੋ ਉਹ ਜਿਹੜੀਆਂ ਪ੍ਰਾਪਰਟੀਆਂ ਦੇ ਬਾਰੇ ਉਹਨਾਂ ਨੇ ਮਿਸਟੇਕਸ ਕੀਤੀਆਂ ਉਹਦੇ ਚ ਮੇਜਰ ਰੀਜ਼ਨ ਮਾਰਕੀਟ ਦੀ ਹਾਈਪ ਨੇ ਪਲੇ ਕੀਤਾ। ਔਰ ਹੁਣ ਜਦੋਂ ਮੌਕਾ ਬਾਏ ਕਰਨ ਦਾ ਉਦੋਂ ਲੋਕੀ ਬਾਏ ਨਹੀਂ ਕਰ ਰਹੇ, ਜਦ ਕਿ ਇਹ ਜਿਹੜੀ ਮਾਰਕੀਟ ਦੀ ਸਾਈਕਲ ਆ ਇਹੀ ਬੈਸਟ ਸਾਈਕਲ ਆ ਬਾਏ ਕਰਨ ਵਾਸਤੇ। ਉਹਦੇ ਚ ਮੈਂ ਅੱਗੇ ਵੀ ਜਿਵੇਂ ਕਈ ਵਾਰ ਗੱਲ ਕੀਤੀ ਹੈ ਕਿ ਜੇ ਤਾਂ ਤੁਹਾਡੀ ਅਫੋਰਡੇਬਿਲਟੀ ਅੱਜ ਦੀ ਮਾਰਕੀਟ ਚ ਬਣਦੀ ਆ ਤਾਂ ਅੱਜ ਦੀ ਮਾਰਕੀਟ ਬਾਇੰਗ ਵਾਸਤੇ ਕਾਫੀ ਵਧੀਆ ਪਾਰਟ ਪਲੇ ਕਰ ਰਹੀ ਆ। ਜੇ ਮੰਨ ਲਓ ਕਿਸੇ ਕਾਰਨ ਕਰਕੇ ਤੁਹਾਡੀ ਅੱਜ ਦੀ ਬਾਇੰਗ ਦੇ ਵਿੱਚ ਮਾਰਕੀਟ ਦੇ ਵਿੱਚ ਨਹੀਂ ਤੁਹਾਡੀ ਬਾਇੰਗ ਦੀ ਆਪਸ਼ਨ ਵਰਕਆਊਟ ਹੁੰਦੀਗੀ, ਫਾਈਨਾਂਸਿੰਗ ਜਾਂ ਕੋਈ ਵੀ ਰੀਜ਼ਨ ਹੋ ਸਕਦਾ, ਤਾਂ ਕੋਈ ਨਾ ਕੋਈ ਚੀਜ਼ ਪ੍ਰੀ ਕੰਸਟਰਕਸ਼ਨ 'ਚ ਬਾਏ ਕਰ ਲਓ। ਅੱਜ ਤੁਹਾਨੂੰ ਪ੍ਰੀ ਕੰਸਟਰਕਸ਼ਨ ਦੇ ਵਿੱਚ ਚੀਜ਼ਾਂ ਬਾਏ ਕਰਨੀਆਂ ਬਹੁਤ ਸੌਖੀਆਂ ਨੇ। ਅੱਜ ਵੀ ਮੇਰੇ ਨਾਲ ਕੋਈ ਆਏ ਸੀਗੇ, ਉਹ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੰਮ ਕਰਦੇ ਆ, ਉਹ ਗੱਲ ਕਰ ਰਹੇ ਸੀਗੇ ਇੱਕ ਟਾਈਮ ਸੀਗਾ ਤਰਨ ਜੀ ਕਿ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੁਝ ਵੀ ਲੈਣਾ ਬਹੁਤ ਔਖਾ ਸੀ। ਠੀਕ ਹੈ ਜੀ, ਮਤਲਬ ਤੁਸੀਂ ਮਿਹਨਤਾਂ ਕਰ ਰਹੇ ਹੁੰਦੇ ਸੀ ਕਿ ਸਾਨੂੰ ਘਰ ਲੈ ਦਿਓ, ਟਾਊਨ ਹਾਊਸ ਲੈ ਦਿਓ, ਕੌਂਡੋ ਲੈ ਦਿਓ। ਹੁਣ ਅੱਜ ਅਵੇਲੇਬਲ ਆ, ਔਰ ਕੱਲਾ ਅਵੇਲੇਬਲ ਨਹੀਂ ਵਿਦ ਇਨਸੈਂਟਿਵਸ ਅਵੇਲੇਬਲ ਆ। ਬਟ ਇੱਕ ਚੀਜ਼ ਜ਼ਰੂਰ ਆ, ਅਸੀਂ ਅੱਜ ਤੱਕ ਹਮੇਸ਼ਾ ਇੱਕ ਗੱਲ ਕਹਿੰਦੇ ਰਹੇ ਆ, ਔਰ ਅਸੀਂ ਜਦੋਂ ਲੋਕਾਂ ਨੂੰ ਮਿਲਦੇ ਵੀ ਆ ਉਦੋਂ ਵੀ ਅਸੀਂ ਇਹ ਗੱਲ ਕਹਿੰਦੇ ਆ ਕਿ ਕਦੇ ਘਰ ਬਾਏ ਨਾ ਕਰੋ ਆਪਣੀ ਅਫੋਰਡੇਬਿਲਟੀ ਤੋਂ ਜ਼ਿਆਦਾ। ਜਿੰਨੀ ਤੁਹਾਡੀ ਅਫੋਰਡੇਬਿਲਟੀ ਹੈ ਉਨਾ ਬਾਏ ਕਰੋ। ਜੇ ਤੁਹਾਡੀ ਅਫੋਰਡੇਬਿਲਟੀ ਇੱਕ ਟਾਊਨ ਹਾਊਸ ਦੀ ਆ ਤਾਂ ਡਿਟੈਚ ਬਿਲਕੁਲ ਨਾ ਬਾਏ ਕਰੋ, ਕਿਉਂਕਿ ਜੇ ਤੁਹਾਡੀ ਅਫੋਰਡੇਬਿਲਟੀ ਹੈ ਤੁਸੀਂ ਕਿਉਂ ਪ੍ਰੈਸ਼ਰ ਚ ਆਉਣਾ ਚਾਹੁੰਦੇ ਹੋ। ਠੀਕ ਹੈ ਜੀ। ਔਰ ਕਦੇ ਵੀ ਕੋਈ ਇਨਵੈਸਟਮੈਂਟ ਨਾ ਕਰੋ ਬਾਰੋ ਕਰਕੇ ਡਾਊਨ ਪੇਮੈਂਟ। ਮਤਲਬ ਇਸ ਚੀਜ਼ ਬਾਰੇ ਅਸੀਂ ਬੜਾ ਜਿਵੇਂ ਕਹ ਲਓ ਕਿ ਸਟੇਟ ਫਾਰਵਰਡ ਮਤਲਬ ਲੋਕਾਂ ਨੂੰ ਇਸ ਚੀਜ਼ ਦਾ ਅਸੀਂ ਮੈਸੇਜ ਦਿੰਨੇ ਆ। ਉਹਦਾ ਰੀਜ਼ਨ ਕੀ ਹੈ ਕਿ ਕਿਉਂ ਅਸੀਂ ਨਹੀਂ ਕਹਿੰਦੇ ਕਿ ਇਨਵੈਸਟਮੈਂਟ ਤੁਸੀਂ ਬਾਰੋ ਕਰਕੇ ਕਰੋ। ਕੋਈ ਲੋਕੀ ਕਹਿਣਗੇ ਤਾਂ ਬੇਵਕੂਫ ਨੇ, ਪਿੱਛੇ ਦੇਖੋ ਜੀ ਪ੍ਰਾਪਰਟੀਆਂ 15-15 20% ਵੱਧ ਗਈਆਂ, ਬਿਲਕੁਲ ਵੱਧ ਗਈਆਂ। ਉਹਨੂੰ ਆਪਾਂ ਇਨਵੈਸਟਮੈਂਟ ਨਹੀਂ ਕਹਿੰਦੇ, ਉਹਨੂੰ ਆਪਾਂ ਸਪੈਕੂਲੇਸ਼ਨ ਕਹਿੰਦੇ ਆ ਜੀ। ਉਹਦੇ ਚ ਤੁਸੀਂ ਫਾਇਦਾ ਲੈ ਵੀ ਸਕਦੇ ਹੋ, ਤੁਸੀਂ ਅੜ ਵੀ ਸਕਦੇ ਹੋ। ਹੁਣ ਜਿਹੜੇ ਤਾਂ ਫਾਇਦਾ ਲੈ ਕੇ ਉਦੋਂ ਨਿਕਲ ਗਏ, ਅੱਜ ਉਹ ਲੋਕੀ ਤਾਂ ਹੱਸ ਰਹੇ ਆ, ਉਹਨਾਂ ਨੂੰ ਇਹ ਲੱਗਦਾ ਵੀ ਫਿਰ ਕੀ ਹੋ ਗਿਆ, ਮਾਰਕੀਟ 'ਚ ਕਦੇ ਵੀ ਕੋਈ ਚੀਜ਼ ਨਹੀਂ ਹੁੰਦੀ। ਪਰ ਜਿਹੜੇ ਵਿਚਾਰੇ ਫਸ ਗਏ ਅੱਜ ਉਹਨਾਂ ਦੀ ਸਿਚੁਏਸ਼ਨ ਦੇਖੋ। ਮਤਲਬ ਸਪੈਕੂਲੇਸ਼ਨ ਆ ਉਹਨੂੰ ਤੁਸੀਂ ਰੀਅਲ ਜਰਨੀ ਨਾ ਮੰਨੋ ਕਿ ਉਹ ਰੀਅਲ ਸਟੇਟ ਦੇ ਵਿੱਚ ਰੀਅਲ ਜਰਨੀ ਆ। ਉਹ ਤਾਂ ਇੱਕ ਮੌਕਾ ਜੇ ਤੁਸੀਂ ਲੈ ਗਏ ਫਾਇਦਾ ਲੈ ਗਏ। ਔਰ ਜੇ ਮੈਂ ਇੱਕ ਗੱਲ ਇਹ ਕਹਾਂ ਕਿ ਜੇ ਕੋਈ ਵੀ ਬੰਦਾ ਇਹ ਸੋਚੇ ਕਿ ਮੈਂ ਬਹੁਤ ਸਮਾਰਟ ਆ, ਇਹ ਜੀ ਸਮਾਰਟਨੈਸ ਕੋਈ ਨਹੀਂ ਹੈ ਜੀ। ਠੀਕ ਹੈ ਜੀ। ਮਾਰਕੀਟ ਕਦੋਂ ਹਾਲਾਤ ਕਿਹੜੇ ਟਾਈਮ ਕਿੱਦਾਂ ਟਰਨ ਕਰ ਜਾਂਦੇ ਆ, ਆਪਾਂ ਨੂੰ ਕਈ ਵਾਰ ਚੀਜ਼ਾਂ ਜੱਜ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ। ਅਸੀਂ ਨਹੀਂ ਜੱਜ ਕਰ ਪਾਉਂਦੇ ਕਿ ਅਸੀਂ ਇੰਡਸਟਰੀ 'ਚ ਰੋਜ਼ ਬੈਠੇ ਹਾਂ ਸਵੇਰੇ ਸ਼ਾਮ, ਅਸੀਂ ਨਹੀਂ ਸਰਟਨ ਚੀਜ਼ਾਂ ਨੂੰ ਜੱਜ ਕਰ ਪਾਉਂਦੇ ਕਿ ਮਾਰਕੀਟ ਦੇ ਵਿੱਚ। ਸੋ ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਐਂਡ ਯੂਜ਼ਰ ਨੂੰ ਤੁਹਾਡੀ ਅਫੋਰਡੇਬਿਲਟੀ ਬਣਦੀ ਹੈ ਤਾਂ ਮੈਂ ਇਹ ਗੱਲ ਕਹੂੰਗਾ ਕਿ ਜ਼ਰੂਰ ਪ੍ਰਾਪਰਟੀ ਬਾਏ ਕਰ ਲਓ, ਕਿਉਂਕਿ ਇਹ ਕਾਫੀ ਵਧੀਆ ਮੌਕਾ ਪ੍ਰਾਪਰਟੀ ਬਾਏ ਕਰਨ ਦਾ। ਉਹਦਾ ਕਾਰਨ ਕੀ ਹੈ ਮੈਂ ਇਹ ਵੀ ਦੱਸਦਾ ਕਿ ਕਿਉਂ ਕਹਿੰਦੇ ਅਸੀਂ ਪ੍ਰਾਪਰਟੀ ਬਾਏ ਕਰ ਲਓ, ਕਿਉਂਕਿ ਸਾਨੂੰ ਇਹ ਮਾਰਕੀਟ ਦੀ ਲੋਐਸਟ ਸਾਈਕਲ ਲੱਗ ਰਹੀ ਆ। ਲੋਐਸਟ ਸਾਈਕਲ ਸਾਨੂੰ ਕਿਉਂ ਲੱਗ ਰਹੀ ਹੈ ਕਿ ਜਿਸ ਪ੍ਰਾਈਸਿਸ ਤੇ ਅੱਜ ਦੀ ਡੇਟ 'ਚ ਪ੍ਰਾਪਰਟੀਜ਼ ਵਿਕ ਰਹੀਆਂ ਨੇ, ਇਸ ਤੋਂ ਥੱਲੇ ਪ੍ਰਾਪਰਟੀਜ਼ ਨੂੰ ਬਿਲਡ ਕਰਨਾ ਬਹੁਤ ਮੁਸ਼ਕਲ ਆ। ਜੋ ਮਾਰਕੀਟ ਦੀ ਸਿਚੁਏਸ਼ਨ ਆ, ਜੋ ਕੰਸਟਰਕਸ਼ਨ ਕਾਸਟ ਆ, ਜੋ
ਲੈਂਡ ਦੀ ਕਾਸਟ ਆ। ਅੱਛਾ, ਜਿਹੜਾ ਇਨਵੈਸਟਰ ਅਸੀਂ ਹਮੇਸ਼ਾ ਕਹਿੰਦੇ ਆ ਕਿ ਆਪਣਾ 20-25% ਆਪਣੀ ਡਾਊਨ ਪੇਮੈਂਟ ਦੇ ਕੇ ਪ੍ਰਾਪਰਟੀ ਬਾਏ ਕਰੇ। ਇਹ ਨਹੀਂ ਕਿ ਮੇਰੇ ਕੋਲ 5% ਹੈਗਾ, 15% 5% ਢਿੱਲੋਂ ਸਾਹਿਬ ਤੋਂ ਫੜ ਲਿਆ, 5% ਕਿਸੇ ਹੋਰ ਤੋਂ ਫੜ ਲਿਆ, ਉਹਨਾਂ ਨੂੰ ਕਹਾਂਗੇ ਮੈਂ ਤੁਹਾਨੂੰ 6 ਮਹੀਨਿਆਂ ਨੂੰ ਦੇ ਦੂੰਗਾ। ਇਹੋ ਜਿਹਾ ਕੰਮ ਨਾ ਕਰੋ। ਪ੍ਰਾਪਰਟੀ 20-25% ਆਪਣੀ ਡਾਊਨ ਪੇਮੈਂਟ ਲੈ ਕੇ ਬਾਏ ਕਰੋ। ਉਹਦਾ ਰੀਜ਼ਨ ਇਹ ਹੈ ਕਿ ਜੇ ਤੁਸੀਂ 20-25% ਡਾਊਨ ਪੇਮੈਂਟ ਕੀਤੀ ਹੋਊਗੀ ਤਾਂ ਤੁਸੀਂ ਮੌਰਗੇਜ ਦੀ ਪੇਮੈਂਟ ਰੈਂਟ ਦੇ ਨਾਲ ਮੇਕਅਪ ਕਰ ਜਾਓਗੇ। ਤੁਸੀਂ ਸਿਰਫ ਪ੍ਰਾਪਰਟੀ ਟੈਕਸ ਤੇ ਜਿਹੜੇ ਕੁਝ ਹੋਰ ਐਕਸਟਰਾ ਖਰਚੇ ਜਿਹੜੇ ਉਹੀ ਆਪਣੀ ਪਾਕਟ ਚੋਂ ਦੇਵੋਗੇ ਜੀ। ਤੇ ਸਰ ਤੁਹਾਡੇ ਕੋਲ ਵੀ ਕੁਝ ਆਪਸ਼ਨਸ ਹੁੰਦੇ ਆ, ਜੇਕਰ ਕੋਈ ਸਾਡੇ ਦਰਸ਼ਕ ਇਸ ਵਕਤ ਉਹਨਾਂ ਆਪਸ਼ਨਸ ਦਾ ਫਾਇਦਾ ਚੱਕਣਾ ਚਾਹੁੰਦੇ ਨੇ ਤਾਂ ਕਿਹੜੇ ਆਪਸ਼ਨਸ ਨੇ? ਬਿਲਕੁਲ, ਮੈਂ ਅੱਜ ਸਾਡੇ ਕੋਲ ਕੁਝ ਕਮਰਸ਼ੀਅਲ ਦੀਆਂ ਵੀ ਜਿਹੜੀਆਂ ਆਪਸ਼ਨਸ ਨੇ ਉਹ ਵੀ ਡਿਸਕਸ ਕਰਨਾ ਚਾਹਾਂਗੇ, ਔਰ ਉਹਦੇ ਨਾਲ ਕੁਝ ਰੈਜ਼ੀਡੈਂਸ਼ੀਅਲ ਨੇ ਜਿਹੜੀਆਂ ਉਹ ਰੈਜ਼ੀਡੈਂਸ਼ੀਅਲ ਵਾਲੀਆਂ ਡਿਸਕਸ ਆਪਾਂ ਕਰਦੇ ਆ। ਚਲੋ ਹੁਣ ਮੈਂ ਜਦੋਂ ਸਟਾਰਟ ਕੀਤਾ ਹੀ ਹੈ ਤਾਂ ਮੈਂ ਪਹਿਲਾਂ ਰੈਜ਼ੀਡੈਂਸ਼ੀਅਲ ਵਾਲੀਆਂ ਜਿਹੜੀਆਂ ਨੇ ਆਪਸ਼ਨਸ ਉਹਨਾਂ ਦੇ ਬਾਰੇ ਆਪਣੇ ਦਰਸ਼ਕਾਂ ਨੂੰ ਦੱਸਦਾ ਵਾਂ। ਸਭ ਤੋਂ ਪਹਿਲਾਂ ਤਾਂ ਇੱਕ ਇਹ ਪ੍ਰਾਪਰਟੀ ਆ ਤਰਨਜੀ 22 ਮਾਸਕਨ ਸਰਕਲ। ਇਹ ਜਿਹੜੀ ਪ੍ਰਾਪਰਟੀ ਆ, ਇਹ ਪ੍ਰਾਪਰਟੀ ਮਤਲਬ ਬਰੈਂਪਟਨ ਦੇ ਵਿੱਚ ਹੀ ਆ ਜੀ, ਨਾਰਥ ਵੈਸਟ ਬਰੈਂਪਟਨ ਦੇ ਵਿੱਚ। ਇਹ ਜਿਹੜਾ ਵਾ ਡਬਲ ਕਾਰ ਗਰਾਜ ਦਾ ਡੀਅਟੈਚ ਘਰ ਹੈ ਜੀ, ਔਰ ਇਹਦੀ 2 ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ। ਜਿਸ ਤਰ੍ਹਾਂ ਕਿ ਆਪਾਂ ਨੂੰ ਹੁਣੇ ਆਇਆ ਸੀਗਾ, ਕਾਲ ਵੀ ਆਈ ਸੀਗੀ ਕਿ 2 ਆਪਣੀ ਜਿਹੜੀ ਲੀਗਲ ਬੇਸਮੈਂਟ ਅਪਾਰਟਮੈਂਟ ਦਾ ਕਿਸ ਤਰ੍ਹਾਂ। ਹੁਣ ਜਿਵੇਂ ਇਹ ਜਿਹੜੀ ਪ੍ਰਾਪਰਟੀ ਹੈ ਜੀ, ਇਹਦੇ ਤੇ ਆਪਾਂ ਜਿਹੜੀ ਇਹਦੀ ਲੀਗਲ ਬੇਸਮੈਂਟ ਅਪਾਰਟਮੈਂਟ ਆ ਉਹ ਆਪਾਂ ਜਿਸ ਤਰ੍ਹਾਂ ਕਹਿ ਲਓ ਕਿ ਇਹਦਾ ਸਰਟੀਫਿਕੇਟ ਵੀ ਹੈ ਨਾਲ, ਉਹ ਮਤਲਬ ਇਹਦੇ ਆਈ ਥਿੰਕ ਲਿਸਟਿੰਗ ਦੇ ਵਿੱਚ ਵੀ ਅਟੈਚ ਕੀਤਾ ਹੋਇਆ ਵਾ। ਸੋ ਮਤਲਬ ਉਹ ਜਿਹੜੇ ਦਰਸ਼ਕ ਨੇ ਉਹਨੂੰ ਉੱਥੋਂ ਹੀ ਡਾਊਨਲੋਡ ਕਰ ਸਕਦੇ ਨੇ, ਦੇਖ ਸਕਦੇ ਨੇ ਕਿ ਇਹਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਆ। ਉਹਦਾ ਰੀਜ਼ਨ ਕੀ ਹੈ ਕਿ ਇਹ ਪ੍ਰਾਪਰਟੀ ਦੀ ਜਿਹੜੀ ਬੇਸਮੈਂਟ ਆ ਉਹ ਤਕਰੀਬਨ $2200 ਰੈਂਟ ਜਨਰੇਟ ਕਰਦੀ ਹੈ, ਔਰ ਉਹ ਤੁਸੀਂ ਇਹਨੂੰ ਲੀਗਲੀ ਰੈਂਟ ਕਰ ਸਕਦੇ ਹੋ। ਜਦੋਂ ਲੀਗਲੀ ਤੁਸੀਂ ਰੈਂਟ ਕਰ ਸਕਦੇ ਹੋ ਤਾਂ ਬੈਂਕ ਵੀ ਇਹਨੂੰ ਇਨਕਮ ਦੇ ਵਿੱਚ ਕੰਸੀਡਰ ਕਰਦਾ। ਸੋ ਇਹ ਜਿਵੇਂ ਕਹ ਲਓ ਕਿ ਕਾਫੀ ਵੱਡੀ ਹੈਲਪ ਕਰ ਜਾਂਦੀ ਹੈ $2200 ਦੀ ਜਿਹੜੀ ਮੌਰਗੇਜ ਦੇ ਵਿੱਚ ਤੁਹਾਨੂੰ, ਮਤਲਬ ਜਿਹੜੀ ਇਹ ਲੀਗਲ ਬੇਸਮੈਂਟ ਅਪਾਰਟਮੈਂਟ ਆ। ਇਹ ਪ੍ਰਾਪਰਟੀ ਨਾਰਥ ਵੈਸਟ ਬਰੈਂਪਟਨ ਦੇ ਵਿੱਚ ਹੈ ਤਰਨ ਜੀ, ਔਰ ਇਹਦੇ ਤੇ ਆਪਾਂ ਇਸ ਵੀਕਐਂਡ ਤੇ ਸੈਟਰਡੇ ਸੰਡੇ ਦੋਨੋਂ ਦਿਨ ਓਪਨ ਹਾਊਸ ਲਾ ਰਹੇ ਹਾਂ। ਸੋ ਜੇ ਆਪਣੇ ਦਰਸ਼ਕ ਜਾ ਕੇ ਦੇਖਣਾ ਚਾਹੁੰਦੇ ਨੇ ਤਾਂ ਉਹ ਪ੍ਰਾਪਰਟੀ ਵਿਊ ਕਰ ਸਕਦੇ ਨੇ ਜੀ। ਜੀ ਬਿਲਕੁਲ। ਦੂਜੀ ਜਿਹੜੀ ਪ੍ਰਾਪਰਟੀ ਹੈ ਜੀ ਉਹ ਆਪਣੀ ਹੈਗੀ ਹੈ 27 ਰੋਲਿੰਗ ਏਕਰਸ ਜੀ। ਇਹ ਹੈਗੀ ਹੈ ਜੀ 27 ਰੋਲਿੰਗ ਏਕਰਸ ਡਰਾਈਵ। ਇਹ ਜਿਹੜੀ ਪ੍ਰਾਪਰਟੀ ਆ, ਇਹ ਜਿਹੜਾ ਹੈਗਾ ਜੀ ਇਹ ਡੀਟੈਚ ਘਰ ਆ, ਇਹ ਵੀ ਇੱਕ ਕਾਰਨਰ ਲਾਟ ਆ ਜੀ। ਇਹ ਜਿਹੜੀ ਪ੍ਰਾਪਰਟੀ ਆ ਇਹ ਮਿਸੀਸਾਗਾ ਰੋਡ ਔਰ ਜਿਹੜਾ ਕਿ ਵਾਲਮਾਰਟ ਆ ਵਿਲੀਅਮ ਪਾਰਕਵੇ ਦੇ ਕੋਲ, ਇਹ ਉਹਦੇ ਆਪੋਜ਼ਿਟ ਇੱਕ ਜਿਹੜੀ ਡਿਵੈਲਪਮੈਂਟ ਆ ਜੀ, ਇਹ ਉਸ ਡਿਵੈਲਪਮੈਂਟ ਦੇ ਵਿੱਚ ਬਣੀ ਹੋਈ ਹੈ ਜੀ ਇਹ ਜਿਹੜੀ ਪ੍ਰਾਪਰਟੀ ਆ। ਔਰ ਇਹ ਪ੍ਰਾਪਰਟੀ ਕਾਰਨਰ ਲਾਟ ਆ, ਔਰ ਕਾਰਨਰ ਲਾਟ ਦੇ ਨਾਲ ਨਾਲ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਇਹ ਕਿ ਇਹਦੇ ਚ ਕਾਫੀ ਵਧੀਆ ਜਿਹੜੇ ਫੀਚਰਸ ਨੇ ਐਡ ਕੀਤੇ ਹੋਏ ਨੇ, ਔਰ ਇਹਦੇ ਚ ਸਾਰੇ ਜਿਹੜੇ ਅਪਗ੍ਰੇਡਸ ਨੇ ਉਹ ਬਿਲਡਰ ਕਨੀ ਹੋਏ ਆ। ਸੋ ਜੇ ਕੋਈ ਐਂਡ ਯੂਜ਼ਰ ਨੇ ਜਿਹੜੇ ਕਿ, ਔਰ ਇਹ ਜਿਹੜਾ ਘਰ ਆ ਸਿਰਫ 1.5 ਸਾਲ ਪੁਰਾਣਾ ਘਰ ਆ ਜੀ। ਇਹ ਘਰ ਕੋਈ ਜ਼ਿਆਦਾ ਪੁਰਾਣਾ ਘਰ ਵੀ ਨਹੀਂ ਹੈ। ਔਰ ਹੁਣ ਤੁਸੀਂ ਇੱਕ ਚੀਜ਼ ਇਹ ਦੇਖੋ ਤਰਨ ਜੀ, ਜਿਸ ਪ੍ਰਾਈਸ ਤੇ ਇਹ ਘਰ ਪਹਿਲਾਂ ਵਿਕੇ ਨੇ, ਅੱਜ ਦੀ ਡੇਟ ਦੇ ਵਿੱਚ ਇਹ ਘਰ 5 ਲੱਖ ਪ੍ਰਾਈਸ ਐਡਜਸਟ ਹੋ ਕੇ ਮਾਰਕੀਟ 'ਚ ਅਵੇਲੇਬਲ ਆ, ਜਿਹੜਾ ਕਿ ਹੁਣ ਜਿਵੇਂ ਕਹਿ ਲਓ ਕਿ ਜੋ ਇਹਨਾਂ ਦੀ ਰਿਅਲਿਸਟਿਕ ਵੈਲਿਊ ਆ ਉਹ ਉੱਥੇ ਇਹ ਘਰ ਖੜੇ ਨੇ। ਠੀਕ ਹੈ। ਸੋ ਇਹਦੇ ਤੇ ਵੀ ਆਪਾਂ ਇਸ ਵੀਕਐਂਡ ਦੇ ਉੱਤੇ ਓਪਨ ਹਾਊਸ ਲਾ ਰਹੇ ਹਾਂ। ਜੇ ਦਰਸ਼ਕ ਦੇਖਣਾ ਚਾਹੁੰਦੇ ਨੇ ਤਾਂ ਉਹ ਆਪਾਂ ਨੂੰ ਕੰਟੈਕਟ ਕਰ ਸਕਦੇ ਆ ਜੀ। ਔਰ ਤੀਜੀ ਜਿਹੜੀ ਪ੍ਰਾਪਰਟੀ ਆ ਇਹ ਇੱਕ ਸਟੇਟ ਪ੍ਰਾਪਰਟੀ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ 14 ਹਟਨਵਿਲ ਡਰਾਈਵ ਜੀ, 14 ਹਟਨਵਿਲ ਡਰਾਈਵ। ਔਰ ਇਹ ਜਿਹੜਾ ਹਟਨਵਿਲ ਦਾ ਏਰੀਆ ਜੀ, ਇਹ ਮਿਸੀਸਾਗਾ ਰੋਡ ਤੇ ਕੁਈਨ ਦੇ ਕੋਲ ਇੱਕ ਬੜੀ ਛੋਟੀ ਜੀ ਏਰੀਆ ਕਮਿਊਨਿਟੀ ਹੈ ਜੀ, ਜਿੱਥੇ ਕਿ ਮਤਲਬ ਜਿਵੇਂ ਕਹਿ ਲਓ ਕਿ ਸਾਰੇ ਵੱਡੇ ਸਟੇਟ ਲਾਟਸ ਹੀ ਨੇ ਜੀ। 14 ਹਟਨਵਿਲ ਜਿਹੜਾ ਇਹ ਹੈਗਾ ਇਹ ਏਕੜ ਤੋਂ ਉੱਪਰ ਦਾ ਲਾਟ ਹੈ ਜੀ ਇਹ ਵਾਲੀ ਜਿਹੜੀ ਪ੍ਰਾਪਰਟੀ ਆ। ਔਰ ਇਹ 3 ਕਾਰ ਗਰਾਜ ਦਾ ਘਰ ਹੈ ਜੀ ਇਹ ਜੀ। ਔਰ ਜਿੱਦਾਂ ਦਰਸ਼ਕ ਆਪਣਾ ਦੇਖ ਰਹੇ ਨੇ ਕਾਫੀ ਵਧੀਆ ਵੈਲ ਮੇਨਟੇਨਡ ਪ੍ਰਾਪਰਟੀ ਹੈ, ਨੋ ਡਾਊਟ ਨਿਊਲੀ ਬਿਲਟ ਨਹੀਂ ਹੈ ਇਹ, ਬਟ ਜਿਵੇਂ ਕਹ ਲਓ ਕਿ ਕਾਫੀ ਵਧੀਆ ਵੈਲ ਮੇਨਟੇਨਡ ਪ੍ਰਾਪਰਟੀ ਹੈ ਇਹ। ਔਰ ਇਹਦਾ ਜਿਹੜਾ ਲਾਟ ਆ ਮਤਲਬ ਤੁਸੀਂ ਦੇਖੋਗੇ ਏਕੜ ਤੋਂ ਉੱਪਰ ਦਾ ਲਾਟ ਆ ਜੀ ਇਸ ਪ੍ਰਾਪਰਟੀ ਦਾ। ਔਰ ਇਹਦੇ ਤੇ ਵੀ ਆਪਾਂ ਇਸ ਵੀਕਐਂਡ ਦੇ ਉੱਤੇ ਦੋਨੋਂ ਦਿਨ ਓਪਨ ਹਾਊਸ ਲਾ ਰਹੇ ਹਾਂ ਕਿ ਜੇ ਕੋਈ ਮਤਲਬ ਕੋਈ ਵੱਡੀ ਪ੍ਰਾਪਰਟੀ ਦੇਖ ਰਿਹਾ। ਹੁਣ ਇਹਨਾਂ ਪ੍ਰਾਪਰਟੀਆਂ ਬਾਰੇ ਵੀ ਜੇ ਆਪਾਂ ਤਰਨ ਜੀ ਗੱਲ ਕਰੀਏ, ਜਿਸ ਪ੍ਰਾਈਸ ਰੇਂਜ 'ਚ ਅੱਜ ਇਹ ਪ੍ਰਾਪਰਟੀਜ਼ ਅਵੇਲੇਬਲ ਨੇ, ਇਹਨਾਂ ਨੂੰ ਇੱਕ ਟਾਈਮ ਤੇ ਲਾਟ ਨਹੀਂ ਸੀ ਮਿਲਦਾ ਜੀ। ਅੱਜ ਮਤਲਬ ਇਹ ਪ੍ਰਾਪਰਟੀਜ਼ ਅਵੇਲੇਬਲ ਨੇ। ਸੋ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਬਾਇੰਗ ਵਾਸਤੇ ਜੇ ਤੁਹਾਡੀ ਅਫੋਰਡੇਬਿਲਟੀ ਬਣਦੀ ਆ, ਤੁਹਾਡੇ ਕੋਲ ਮਤਲਬ ਤੁਹਾਡੀ ਫਾਈਨਾਂਸਿੰਗ ਤੁਹਾਨੂੰ ਅਲਾਓ ਕਰਦੀ ਆ ਪ੍ਰਾਪਰਟੀ ਬਾਏ ਕਰਨੀ, ਤਾਂ ਮੈਨੂੰ ਇਹ ਲੱਗਦਾ ਕਿ ਮਾਰਕੀਟ ਦੇ ਵਿੱਚ ਤੁਹਾਨੂੰ ਬਾਏ ਕਰਨੀ ਚਾਹੀਦੀ ਆ। ਬਾਕੀ ਅੱਗੇ ਆਪਾਂ ਕੁਝ ਕਮਰਸ਼ੀਅਲ ਇਨਵੈਸਟਮੈਂਟਸ ਵਾਸਤੇ ਢਿੱਲੋਂ ਸਾਹਿਬ ਤੁਹਾਨੂੰ ਜਾਣਕਾਰੀ ਦਿੰਦੇ ਨੇ। ਆਪਣੇ ਕੋਲ ਕੁਝ ਕਮਰਸ਼ੀਅਲ ਦੀਆਂ ਵੀ ਇਨਵੈਸਟਮੈਂਟਸ ਜਿਹੜੀਆਂ ਨੇ ਉਹ ਹੈਗੀਆਂ ਜੀ।
ਕਮਰਸ਼ੀਅਲ ਦੀ ਗੱਲ ਕਰੀਏ ਜੀ ਤੇ ਸਾਡੇ ਕੋਲ ਇੱਕ ਗੈਸ ਸਟੇਸ਼ਨ ਆਇਆ ਜੀ, ਬ੍ਰਾਂਡਡ ਗੈਸ ਸਟੇਸ਼ਨ ਗ੍ਰੇਟਰ ਸਡਬਰੀ ਏਰੀਆ ਦੇ ਵਿੱਚ ਕਰਕਲੈਂਡ ਇੱਕ ਛੋਟਾ ਜਿਹਾ ਟਾਊਨ ਹੈ, ਉਹਦੇ ਨੇੜੇ ਇਹ ਗੈਸ ਸਟੇਸ਼ਨ ਵਿਦ ਪ੍ਰਾਪਰਟੀ ਹੈਗਾ ਆ। ਉੱਥੇ ਇਨਵੈਸਟਮੈਂਟ ਦੀਆਂ 2-3 ਹੋਰ ਵੀ ਓਪਰਚੁਨਿਟੀਜ਼ ਹੈਗੀਆਂ ਇਸ ਗੈਸ ਸਟੇਸ਼ਨ ਦੇ ਵਿੱਚ, ਔਰ ਇਹਦਾ ਕੈਪ ਰੇਟ ਜਿਹੜਾ ਹੈ ਉਹ 10 ਤੋਂ 11% ਦੇ ਵਿੱਚ, ਜਿਹੜਾ ਕਿ ਬਹੁਤ ਹੀ ਵਧੀਆ ਕੈਪ ਰੇਟ ਮੰਨਿਆ ਜਾਂਦਾ ਆ ਮਾਰਕੀਟ ਦੇ ਵਿੱਚ, ਉਹਦੇ ਨਾਲ ਇਹ ਗੈਸ ਸਟੇਸ਼ਨ ਅਵੇਲੇਬਲ ਹੈ। ਇਹਦੀ ਵਧੇਰੇ ਜਾਣਕਾਰੀ ਤੁਸੀਂ ਸਾਡੇ ਤੋਂ ਫੋਨ ਕਰਕੇ ਆਫਿਸ ਦੇ ਵਿੱਚ ਸਾਡੇ ਤੋਂ ਲੈ ਸਕਦੇ ਹੋ। ਸੋ ਜੇ ਤੁਸੀਂ ਗੈਸ ਸਟੇਸ਼ਨ ਬਿਜ਼ਨਸ ਦੇਖ ਰਹੇ ਸੀ ਔਰ ਖਾਸ ਕਰਕੇ ਵਿਦ ਪ੍ਰਾਪਰਟੀ ਦੇਖ ਰਹੇ ਸੀ ਤੇ ਤੁਹਾਡੇ ਵਾਸਤੇ ਇਹ ਬਹੁਤ ਵਧੀਆ ਓਪਰਚੁਨਿਟੀ ਹੈਗੀ ਹੈ ਜੀ। ਜੀ ਸਰ, ਜਿਵੇਂ ਤੁਸੀਂ ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਦੀ ਗੱਲ ਕੀਤੀ ਹੈ, ਤੁਹਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਲਿਸਟਿੰਗਸ ਤਾਂ ਹੋਣਗੀਆਂ ਹੀ, ਤੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਅਖੀਰ 'ਚ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਇਹੀ ਹੈ ਤਰਨ ਜੀ ਕਿ ਜਿਸ ਤਰ੍ਹਾਂ ਅਸੀਂ ਇਹ ਪਹਿਲਾਂ ਵੀ ਗੱਲ ਕਹਿੰਦੇ ਆ ਕਿ ਅੱਜ ਮੈਂ ਇੱਕ ਹੋਰ ਵੀ ਗੱਲ ਬੜੀ ਜਿਵੇਂ ਕਹ ਲਓ ਕਿ ਵਧੀਆ ਕੌਨਫੀਡੈਂਟਲੀ ਕਹਿ ਸਕਦਾ ਤਰਨ ਜੀ, ਔਰ ਇਸੇ ਕਰਕੇ ਅੱਜ ਸਾਨੂੰ ਕਿਸੇ ਵੀ ਤਰ੍ਹਾਂ ਦੀ ਨਿਰਾਸ਼ਾ ਨਹੀਂ ਦੇਖਣੀ ਪੈ ਰਹੀ। ਅਸੀਂ ਕਦੇ ਵੀ ਕਿਸੇ ਵੀ ਕਲਾਇੰਟ ਨੂੰ ਇਦਾਂ ਦੀ ਕੋਈ ਪ੍ਰਾਪਰਟੀ ਨਹੀਂ ਬਾਏ ਕਰਾਈ ਜਿੱਥੇ ਸਾਨੂੰ ਲੱਗੇ ਕਿ ਇਹ ਚੀਜ਼ ਇਹਨਾਂ ਦੀ ਅਫੋਰਡੇਬਿਲਟੀ ਤੋਂ ਬਾਹਰ ਆ ਜੀ। ਮਤਲਬ ਅਸੀਂ ਹਮੇਸ਼ਾ ਉਹਨਾਂ ਨੂੰ ਇਹ ਗੱਲ ਕਹਿੰਦੇ ਕਿ ਜੇ ਤੁਹਾਡੀ ਅਫੋਰਡੇਬਿਲਟੀ ਨਹੀਂ ਹੈਗੀ ਤਾਂ ਇਹਦੇ ਵਾਸਤੇ ਪੰਗਾ ਨਾ ਲਾਓ। ਠੀਕ ਹੈ ਜੀ। ਮਤਲਬ ਜਦੋਂ ਤੁਸੀਂ ਇਸ ਪੋਜੀਸ਼ਨ 'ਚ ਆ ਜਾਓਗੇ, ਔਰ ਇਹੀ ਕਾਰਨ ਆ ਕਿ ਅੱਜ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ, ਕਿਉਂਕਿ ਅਸੀਂ ਕਲਾਇੰਟਸ ਨੂੰ ਜਿਵੇਂ ਕਹ ਲਓ ਕੋਈ ਬਾਹਰਲੇ ਏਰੀਆ ਦੇ ਵਿੱਚ ਕੋਈ ਮਹਿੰਗੀਆਂ ਪ੍ਰਾਪਰਟੀ ਜਾਂ ਕੁਝ ਹੈ ਜਾਂ ਕੁਝ ਨਹੀਂ ਲੈ ਕੇ ਦਿੱਤਾ ਹੋਇਆ ਕਿ ਜਿੱਥੇ ਸਾਨੂੰ ਕੋਈ ਅੱਜ ਚੈਲੰਜ ਆਵੇ ਉਹਨਾਂ ਨੂੰ ਵੇਚਣ ਦਾ ਜਾਂ ਉਹਨਾਂ ਨੂੰ ਰੈਂਟ ਕਰਨ ਦਾ। ਸਾਡੇ ਕੋਲ ਹਾਲਾਂਕਿ ਬਹੁਤ ਜ਼ਿਆਦਾ ਇਦਾਂ ਦੀਆਂ ਆਪਾਂ ਨੇ ਲਿਸਟਿੰਗਸ ਆ ਰਹੀਆਂ ਨੇ ਜਿਹੜੀਆਂ ਕਿ ਲੋਕਾਂ ਨੇ ਲਈਆਂ ਹੋਈਆਂ ਨੇ, ਪਰ ਅਨਫੋਰਚੂਨੇਟਲੀ ਅੱਜ ਉਹ ਕਿਸੇ ਨਾ ਕਿਸੇ ਡਿਫਿਕਲਟ ਸਿਚੁਏਸ਼ਨ ਦੇ ਵਿੱਚ ਸਟਕ ਨੇ। ਸੋ ਮੈਂ ਇਹ ਗੱਲ ਕਹੂੰਗਾ ਕਿ ਜਿੱਦਾਂ ਮੈਂ ਅੱਜ ਵੀ ਗੱਲ ਕੀਤੀ ਆ, ਬਾਇੰਗ ਵਾਸਤੇ ਇਹ ਜਿਹੜੀ ਚੀਜ਼ ਆ, ਇਹ ਜਿਹੜੀ ਸਾਈਕਲ ਹੈ ਸਾਨੂੰ ਕਾਫੀ ਵਧੀਆ ਲੱਗ ਰਹੀ ਆ। ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਹ ਗੱਲ ਕਹਿੰਦੇ ਆ ਕਿ ਜੇ ਤੁਹਾਡੀ ਲਿਮਿਟ, ਤੁਹਾਡੀ ਕੈਪੇਬਿਲਿਟੀ, ਤੁਹਾਡੀ ਕੈਪੈਸਿਟੀ ਮਿਲੀਅਨ ਦੀ ਹੈ ਤਾਂ ਤੁਸੀਂ 1.5 ਮਿਲੀਅਨ ਦਾ ਘਰ ਲੈ ਲਓ। ਅਸੀਂ ਤੁਹਾਨੂੰ ਇਹ ਗੱਲ ਕਹਿੰਦੇ ਕਿ ਜੇ ਅੱਜ ਦੀ ਮਾਰਕੀਟ ਦੇ ਮੁਤਾਬਕ ਜੇ ਤੁਹਾਡੀ ਮਿਲੀਅਨ ਦੀ ਕੈਪੈਸਿਟੀ ਹੈ ਤਾਂ ਮਿਲੀਅਨ ਦਾ ਹੀ ਘਰ ਲਓ। ਬਟ ਲੈਣਾ ਅੱਜ ਦੀ ਮਾਰਕੀਟ ਦੇ ਵਿੱਚ ਇੱਕ ਕਾਫੀ ਵਧੀਆ ਡਿਸੀਜਨ ਸਾਬਤ ਹੋਏਗਾ। ਉਹ ਕਿਉਂ ਸਾਬਤ ਹੋਏਗਾ ਕਿ ਜਿਹੜੀ ਅੱਜ ਪ੍ਰਾਪਰਟੀ ਤੁਸੀਂ ਮਿਲੀਅਨ ਦੀ ਲਓਗੇ, ਜਦੋਂ ਮਾਰਕੀਟ ਨੇ ਥੋੜਾ ਨਾਰਮਲ ਹੋਣਾ ਤਾਂ ਤੁਹਾਨੂੰ ਉਹਦਾ ਕਾਫੀ ਜ਼ਿਆਦਾ ਐਪਰੀਸ਼ੀਏਸ਼ਨ ਹੈ ਜਿਹੜਾ ਉਹ ਮਿਲੇਗਾ। ਜੀ ਬਿਲਕੁਲ। ਔਰ ਜੇ ਤੁਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਤਾਂ ਅੱਜ ਦੀ ਮਾਰਕੀਟ ਦੇ ਵਿੱਚ ਤੁਹਾਨੂੰ ਇਨਵੈਸਟਮੈਂਟ, ਜਿੱਦਾਂ ਹੁਣ ਢਿੱਲੋਂ ਸਾਹਿਬ ਨੇ ਗੱਲ ਕੀਤੀ ਕਿ 10-11% ਕੈਪ ਰੇਟ ਦੀ ਗੱਲ ਕਰ ਰਹੇ ਨੇ ਜੀ, ਔਰ ਜਿਹੜੀਆਂ ਉੱਥੇ ਉਸੇ ਹੀ ਨਾਲ ਉੱਥੇ ਇੱਕ 6plex ਤੇ 4plex ਆ ਸਾਡੇ ਕੋਲ, ਉਹ ਵੀ 9 ਤੇ 10% ਤੇ ਅਵੇਲੇਬਲ ਆ। ਤੁਸੀਂ ਤਰਨ ਜੀ ਜੇ ਦੇਖੋ ਅੱਜ ਤੋਂ ਪਹਿਲਾਂ ਕੋਈ ਵੀ ਪ੍ਰਾਪਰਟੀ ਜਿੱਥੇ ਰੀਅਲ ਸਟੇਟ ਅਵੇਲੇਬਲ ਹੁੰਦੀ ਸੀ 5 ਤੋਂ 6% ਦੇ ਕੈਪ ਰੇਟ ਤੋਂ ਵੱਧ ਨਹੀਂ ਸੀ ਮਿਲਦੀ। ਅੱਜ ਉਹੀ ਚੀਜ਼ ਤੁਹਾਨੂੰ 9 ਤੋਂ 10% ਦੇ ਕੈਪ ਤੇ ਮਿਲ ਰਹੀ ਆ। 9 ਤੋਂ 10% ਕੈਪ ਦਾ ਮਤਲਬ ਹੈ ਕਿ ਉਹਦਾ ਪ੍ਰਾਈਸ ਥੱਲੇ ਆ ਗਿਆ ਜੀ ਉਹਦਾ। ਠੀਕ ਹੈ ਜੀ। ਸੋ ਇਹ ਜਿਹੜੀਆਂ 9-10% ਕੈਪ ਵਾਲੀਆਂ ਗੱਲਾਂ ਨੇ, ਇਹ ਅੱਜ ਤੋਂ 15 ਸਾਲ ਪਹਿਲਾਂ ਹੁੰਦੀਆਂ ਸੀ, ਉਹ ਵਾਪਸ ਆ ਗਈਆਂ ਜੋ ਮਤਲਬ ਅੱਜ ਦੀ ਮਾਰਕੀਟ ਦੇ ਵਿੱਚ ਆ। ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਹਾਡੀ ਮਤਲਬ ਨਹੀਂ ਹੈਗੀ ਕੈਪੇਬਿਲਿਟੀ ਤਾਂ ਤੁਸੀਂ ਇਹਨੂੰ ਬਾਏ ਕਰ ਲਓ। ਬਾਏ ਉਹੀ ਬੰਦਾ ਕਰੇ ਜਿਹੜੇ ਉਸ ਪੋਜੀਸ਼ਨ 'ਚ ਹੈਗੇ ਨੇ। ਪਰ ਬਾਇੰਗ ਵਾਸਤੇ ਜਿਹੜੀ ਸਾਈਕਲ ਆ ਉਹ ਸਾਨੂੰ ਕਾਫੀ ਵਧੀਆ ਲੱਗ ਰਹੀ ਹੈ ਜੀ। ਢਿੱਲੋਂ ਜੀ, ਤੁਸੀਂ ਅਖੀਰ 'ਚ ਕੀ ਕਹਿਣਾ ਚਾਹੋਗੇ? ਜੀ, ਤੁਹਾਡਾ ਰੀਅਲ ਸਟੇਟ ਸੰਬੰਧੀ ਕੋਈ ਵੀ ਸਵਾਲ ਹੋਵੇ, ਚਾਹੇ ਉਹ ਰੀਸੇਲ ਰੀਅਲ ਸਟੇਟ ਹੋਵੇ, ਚਾਹੇ ਪ੍ਰੀ ਕੰਸਟਰਕਸ਼ਨ ਜਾਂ ਕਮਰਸ਼ੀਅਲ ਇੰਡਸਟਰੀਅਲ ਰੀਅਲ ਸਟੇਟ ਦੀ ਕੋਈ ਨੀਡ ਹੋਵੇ, ਤੁਸੀਂ ਬੇਝਿਜਕ ਸਾਨੂੰ ਕਾਲ ਕਰ ਸਕਦੇ ਹੋ। ਸਾਡੇ ਆਫਿਸ ਦਾ ਨੰਬਰ 416-910-9923 ਔਰ ਸਾਡਾ ਆਫਿਸ ਮੈਕਲੌਗਲਿਨ ਔਰ ਡੈਰੀ ਦੇ ਇੰਟਰਸੈਕਸ਼ਨ ਤੇ ਵਾਕਿਆ ਆ, ਮੈਰੀਅਟ ਹੋਟਲ ਦੇ ਨਾਲ ਬਿਲਕੁਲ। ਤੁਸੀਂ ਕਿਸੇ ਵੇਲੇ ਵੀ ਸਾਡੇ ਆਫਿਸ ਦੇ ਵਿੱਚ ਵੀ ਆ ਸਕਦੇ ਹੋ। 7 ਦਿਨ ਸਾਡਾ ਆਫਿਸ ਖੁੱਲਾ ਹੁੰਦਾ ਆ। ਤੁਸੀਂ ਆਓ ਉੱਥੇ, ਤੁਹਾਡਾ ਕੋਈ ਵੀ ਸਵਾਲ ਹੋਏ ਸਾਡੇ ਨਾਲ ਬੈਠ ਕੇ ਚਾਹ ਦਾ ਕੱਪ ਪੀਓ ਔਰ ਆਪਣਾ ਸਵਾਲ ਜਿਹੜਾ ਸਾਨੂੰ ਦੱਸੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇ ਕੇ ਉੱਥੋਂ ਤੋਰੀਏ ਜੀ। ਜੀ, ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਓਪਨ ਹਾਊਸ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ, ਘਰ ਵਿਕ ਨਹੀਂ ਰਿਹਾ ਜਾਂ ਘਰ ਖਰੀਦਣਾ ਹੈ, ਕੋਈ ਵੀ ਤੁਹਾਡੀ ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਤੁਸੀਂ ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।